की क्लास के गुरमुख विद्यार्थियों नूं वाहिगुरू जी का खालसा वाहिगुरू जी की फतेह। हाँ जी, असीं कल दी क्रियावां नूं अगे चलना हैगा ते काफ़ी साडे कोल चैप्टर हैगे पए ने, बहुत सारे क्रियावां दे चैप्टर ने जिन्हां नूं थोड़ा थोड़ा करके समझिया जा सकदा है। कल सरदार जी ने एक सवाल कीता सी पूर्व पूर्ण कारदंतक बारे, क्रिया दे आखिरी अखर नूं सियारी लगण बारे। मैं पहला थोड़ा उहदे बारे छोटा जिहा 2-4 मिनट दे विच मैं दस देना वां ते वीर चरणजीत सिंह जी होणगे इत्थे प्रोजैक्ट ते ओह पहला चैप्टर जिहड़ा है ओह डिस्पले कर देण, उहदे विच असीं समझांगे। हाँ जी, इहदा उपरला पैरा जिहड़ा ओहनूं वड्डा कर दित्ता जाए, उपरला सिर्फ। हाँ जी, हाँ जी, ये हैगा पूर्व पूर्ण कारदंतक, जिहनूं कंजक्टिव पार्टिसिपल कहंदे ने। ਹੁਣ ਇਹਦਾ ਮਤਲਬ ਕੀ ਹੈਗਾ, ਇਹ ਨਾਂ ਤੇ ਬੜਾ ਖਤਰਨਾਕ ਹੈ ਪਰ ਇਹ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਨਾਮ ਬੜੇ ਔਰ ਦਰਸ਼ਨ ਛੋਟੇ, ਉਹ ਛੋਟੀ ਜੀ ਗੱਲ ਹੈ। ਪੂਰਵ ਦਾ ਮਤਲਬ ਹੁੰਦਾ ਵੈ ਪਹਿਲਾ, ਪਿਛਲਾ, ਪਾਸਟ, ਜਿਹੜਾ ਹੋ ਚੁੱਕਿਆ ਵੈ, ਜਿਹੜਾ ਕੰਮ ਹੋ ਚੁੱਕਿਆ ਜਾਂ ਪੂਰਾ ਹੋਣ ਵਾਲਾ। ਤੇ ਪੂਰਨ ਦਾ ਮਤਲਬ ਹੁੰਦਾ ਕੰਪਲੀਟ, ਪੂਰਾ। ਪੂਰਵ ਮੈਨੇ ਪਹਿਲਾ, पूर्ण मैंने कंप्लीट, वो काम जिहड़ा पहला पूरा करना है, वो वाला काम जिहड़ा पहला करना है। पूर्व पहला, पूर्ण कंप्लीट, जिहड़ा पहला कंप्लीट करना है उन्होंने कहते हैं पूर्व पूर्ण, जिहड़ा सब तो पहला काम करना है। मानो दो काम करने ने, हुण मैं दो काम कहना वा भी मैं गुरुद्वारे भी जावांगा ते गुरुद्वारे जाके मैं पाठ सुनांगा। हुण दो काम हो गए, गुरुद्वारे जाना ते पाठ सुनना। हुण मैं पाठ सुनन तो मैनूं पहला काम किहड़ा करना पेगा? दोहां चों पहला काम करना पेगा गुरुद्वारे जाना पेगा, दूजा काम होएगा पाठ सुनांगा। इस करके मैं गुरुद्वारे जाके पाठ सुनांगा। इहदे च दो क्रियावां ने, एक ते गुरुद्वारे जाना, एक पाठ सुनना। पर दोनों काम ना मैं इकट्ठे कर सकदा वां ते ना ही मैं पाठ सुनना पहला कर सकदा। मैनूं पहला काम करना पेगा गुरुद्वारे जाना पेगा, दूजा काम होएगा पाठ सुनांगा। इस करके जिहड़ा पहला काम है ना, मैं गुरुद्वारे जावांगा। ਜਦੋਂ ਇੱਕ ਤੁਕ ਦੇ ਵਿੱਚ, ਇੱਕ ਲਾਈਨ ਦੇ ਵਿੱਚ ਦੋ ਕਿਰਿਆਵਾਂ ਇਕੱਠੀਆਂ ਹੋ ਜਾਂਦੀਆਂ ਨੇ, ਉਦੋਂ ਪਹਿਲੀ ਕਿਰਿਆ ਜਿਹੜੀ ਹੈ ਪੂਰਵ ਪੂਰਨ ਕਾਰਦੰਤਕ ਬਣ ਜਾਂਦੀ ਹੈ। ਮੈਂ ਗੁਰਦੁਆਰੇ ਜਾ ਕੇ ਪਾਠ ਸੁਣਾਂਗਾ। ਦੋ ਕੰਮ ਨੇ, ਗੁਰਦੁਆਰੇ ਜਾਣਾ ਤੇ ਪਾਠ ਸੁਣਨਾ। ਪਹਿਲਾ ਕੰਮ ਮੇਰਾ ਹੈਗਾ ਗੁਰਦੁਆਰੇ ਜਾਣਾ, ਮੈਂ ਗੁਰਦੁਆਰੇ ਜਾ ਕੇ ਪਾਠ ਸੁਣਾਂਗਾ। ਜਿਹੜਾ ਜਾ ਕੇ ਲਫ਼ਜ਼ ਹੈ ਨਾ, ਇਹ ਹੈ ਪੂਰਵ ਪੂਰਨ ਕਾਰਦੰਤਕ। ਗੁਰਬਾਣੀ ਵਿੱਚ ਕੇ ਲਫ਼ਜ਼ ਬਹੁਤ ਘੱਟ ਆਇਆ ਹੈ, ਬਹੁਤ ਘੱਟ ਆਇਆ। ਉਹਦੀ ਥਾਂ ਤੇ ਸਿਹਾਰੀ ਲਗਾ ਦਿੱਤੀ ਜਾਂਦੀ ਹੈ। ਕੇ ਨਹੀਂ, ਬਹੁਤ ਘੱਟ ਆਇਆ। ਜਿੱਥੇ ਕੇ ਨਹੀਂ ਲਿਖਣਾ, ਉੱਥੇ ਕੇ ਲਿਖਣ ਦੀ ਥਾਂ ਤੇ ਸਿਹਾਰੀ ਪਾ ਦਿੱਤੀ ਜਾਂਦੀ ਹੈ। ਜਿਵੇਂ ਮੈਂ ਕਹਿੰਦਾ ਮੈਂ ਸਕੂਲ ਜਾਵਾਂਗਾ, ਮੈਂ ਪੜ੍ਹਾਈ ਕਰਾਂਗਾ, ਦੋ ਕੰਮ ਇਕੱਠੇ ਨੇ। ਹੁਣ ਪਹਿਲਾ ਕੰਮ ਹੈਗਾ ਸਕੂਲ ਜਾਣਾ, ਮੈਂ ਸਕੂਲ ਜਾ ਕੇ ਪੜ੍ਹਾਈ ਕਰਾਂਗਾ। ਜਿਹੜਾ ਜਾ ਕੇ ਆ ਗਿਆ ਨਾ, ਇਹ ਜਾ ਕੇ ਹੈ ਪੂਰਵ ਪੂਰਨ ਕਾਰਦੰਤਕ। ਦੋ ਕਿਰਿਆਵਾਂ ਇੱਕ ਤੁਕ ਚ ਇਕੱਠੀਆਂ ਹੋ ਜਾਣ ਤੇ ਪਹਿਲੀ ਕਿਰਿਆ ਨੂੰ ਸਿਹਾਰੀ ਲੱਗ ਜਾਂਦੀ ਹੈ, ਉਹ ਪੂਰਵ ਪੂਰਨ ਕਾਰਦੰਤਕ ਬਣ ਜਾਂਦਾ ਹੈ। ਮੈਂ ਸੈਰ ਕਰਕੇ ਪਾਣੀ ਪੀਵਾਂਗਾ। ਹੁਣ ਦੋ ਕੰਮ ਕਰਨੇ ਨੇ, ਮੈਂ ਸੈਰ ਵੀ ਕਰਨੀ ਹੈ, ਪਾਣੀ ਵੀ ਪੀਣਾ ਹੈ। ਪਰ ਪਹਿਲਾ ਕੰਮ ਮੈਂ ਕੀ ਕਰਾਂਗਾ? ਸੈਰ ਕਰਾਂਗਾ। ਇਸ ਕਰਕੇ ਸੈਰ ਦੇ ਨਾਲ ਕੇ ਆ ਗਿਆ, ਮੈਂ ਸੈਰ ਕਰਕੇ ਪਾਣੀ ਪੀਵਾਂਗਾ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਕਿਰਿਆ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਆ ਜਾਂਦੀ ਹੈ। ਇਹਦਾ ਮਤਲਬ ਉਹਦੇ ਵਿੱਚ ਇੱਕ ਹੋਰ ਵੀ ਕਿਰਿਆ ਹੋਏਗੀ। ਇਹਦਾ ਇੱਕ ਨਿਯਮ ਤੇ ਇਹ ਹੈਗਾ, ਜਿਵੇਂ ਸੁਣ ਵੱਡਾ ਆਖੈ ਸਭ ਕੋਏ, ਇੱਥੇ ਸੁਣ ਤੇ ਰੁਕਣਾ। ਸੁਣ ਵੱਡਾ ਆਖੈ ਸਭ ਕੋਏ, ਦੋ ਕੰਮ ਨੇ, ਇੱਕ ਸੁਣਨਾ, ਇੱਕ ਆਖਣਾ। ਦੋ ਕਿਰਿਆਵਾਂ ਨੇ। ਹਰ ਕੋਈ ਰੱਬ ਨੂੰ ਵੱਡਾ ਕਹਿੰਦਾ ਵੈ, ਪਰ ਕਿਵੇਂ ਕਹਿੰਦਾ? ਸੁਣ ਕੇ। ਕਿਸੇ ਨੇ ਕਿਹਾ ਸੀ ਰੱਬ ਬੜਾ ਵੱਡਾ ਵੈ, ਤਾਂ ਕਰਕੇ ਮੈਂ ਵੀ ਕਹਿਣ ਲੱਗ ਗਿਆ ਕਿ ਰੱਬ ਬੜਾ ਵੱਡਾ ਹੈ। ਦੇਖਿਆ ਤੇ ਮੈਂ ਵੀ ਨਹੀਂ ਹੈ। ਸੁਣ ਦੇ ਨਾਣੇ ਨੂੰ ਸਿਹਾਰੀ ਲੱਗ ਗਈ। ਸੁਣ ਕੇ ਵੱਡਾ ਆਖੈ ਸਭ ਕੋਏ, ਹਰ ਕੋਈ ਰੱਬ ਨੂੰ ਵੱਡਾ ਕਹੀ ਜਾਂਦਾ ਹੈ। ਕੇਵਡ ਵੱਡਾ ਡੀਠਾ ਹੋਏ, ਉਹ ਕਿੰਨਾ ਵੱਡਾ ਹੈ, ਕਿਸੇ ਨੇ ਦੇਖਿਆ ਹੈਗਾ? ਇਹ ਅਗਲੀ ਗੱਲ ਹੈ। ਪਰ ਸੁਣਨਾ ਤੇ ਆਖਣਾ ਦੋ ਕਿਰਿਆਵਾਂ। ਪਹਿਲੀ ਕਿਰਿਆ ਪਹਿਲਾਂ ਸੁਣ ਕੇ ਫਿਰ ਆਖਣਾ, ਇਸ ਕਰਕੇ ਸੁਣ ਦੇ ਨਾਣੇ ਨੂੰ ਸਿਹਾਰੀ ਲੱਗ ਗਈ। ਸੁਣ ਵੱਡਾ ਆਖੈ ਸਭ ਕੋਏ। ਠੀਕ ਹੈ ਜੀ। ਇਸੇ ਤਰ੍ਹਾਂ सुन वड्डा आखे सब कोई तो इलावा सुन सुन नाम तुम्हारा प्रीतम प्रभ पेखण का चाओ।
ਵਿੱਚ ਦੋ ਕਿਰਿਆਵਾਂ ਨੇ, ਸੁਣਨਾ ਤੇ ਵੇਖਣ ਮੈਨੇ ਦੇਖਣਾ। ਤੇਰਾ ਨਾਮ ਸੁਣ ਕੇ ਤੈਨੂੰ ਦੇਖਣ ਦਾ, ਪ੍ਰਭੂ ਨੂੰ ਦੇਖਣ ਦਾ ਚਾਅ ਪੈਦਾ ਹੋ ਗਿਆ। ਹੁਣ ਪਹਿਲਾ ਕੰਮ ਹੈਗਾ ਸੁਣਨਾ, ਇਸ ਕਰਕੇ ਸੁਣ ਦੇ ਨਾਲੇ ਨੂੰ ਸਿਆਰੀ ਲੱਗੀ। ਸੁਣ ਸੁਣ ਕੇ, ਤੇ ਪ੍ਰਭੂ ਜੀ ਤੇਰਾ ਨਾਮ ਸੁਣ ਸੁਣ ਕੇ ਪ੍ਰਭੂ ਦੇ ਦਰਸ਼ਨਾਂ ਦਾ ਚਾਅ ਪੈਦਾ ਹੋ ਗਿਆ। ਫਿਰ ਕਿਰ ਆਪਣੇ ਗ੍ਰਹਿ ਮੈਂ ਆਇਆ। ਹੁਣ ਇਹਦੇ ਚ ਫਿਰ ਕਿਰ ਕਿਰਿਆ ਹੈਗੀ ਹੈ ਤੇ ਗ੍ਰਹਿ ਮੈਂ ਆਇਆ ਵੀ ਕਿਰਿਆ ਹੈਗੀ ਹੈ। ਘਰ ਤੇ ਆਇਆ ਵਾਂ, ਪਰ ਉਸ ਤੋਂ ਪਹਿਲਾਂ ਇੱਕ ਕੰਮ ਕੀਤਾ, ਮੁੜ ਕਿੜ ਕੇ ਦੁਚਿੱਤੀ ਦੇ ਵਿੱਚ ਫਿਰ ਕਿਰ ਦੇ ਰਾਰੇ ਨੂੰ ਸਿਆਰੀ ਲੱਗ ਗਈ। ਫਿਰ ਕਿਰ ਮੈਨੇ ਮੁੜ ਕਿੜ ਕੇ ਆਪਣੇ ਘਰ ਵਿੱਚ ਆ ਗਿਆ। ਡਰ ਡਰ ਪਚੇ ਮਨਮੁਖ ਵਿਚਾਰੇ। ਹੁਣ ਮਨਮੁਖਾਂ ਨੇ ਦੋ ਕੰਮ ਕੀਤੇ, ਇੱਕ ਤੇ ਡਰੇ ਵੀ, ਦੂਜਾ ਪਚਵੇਂ ਨੇ ਖੁਆਰ ਵੀ ਹੋਏ। ਡਰ ਡਰ ਪਚੇ ਮਨਮੁਖ, ਠੀਕ ਹੈ ਜੀ, ਮੈਂ ਕਾਰਨਿਕ ਦੇ ਨਾਲ ਅਰਥ ਵੀ ਕਰ ਦਿੰਦਾ। ਡਰ ਡਰ ਪਚੇ ਮਨਮੁਖ ਵਿਚਾਰੇ। ਹੁਣ ਮਨਮੁਖ ਜਿਹੜੇ ਨੇ ਡਰੇ ਵੀ ਨੇ ਤੇ ਖੁਆਰ ਵੀ ਹੋਏ। ਪਹਿਲਾਂ ਉਹਨਾਂ ਨੇ ਕਿਹੜਾ ਕੰਮ ਕੀਤਾ? ਪਹਿਲਾਂ ਉਹ ਡਰੇ, ਬਾਅਦ ਚ ਖੁਆਰ ਹੋਏ। ਡਰ ਡਰ ਕੇ ਵਿਚਾਰੇ ਮਨਮੁਖ ਖੁਆਰ ਹੋ ਗਏ। ਡਰ ਡਰ ਕੇ, ਇਸ ਕਰਕੇ ਡਰ ਦੇ ਰਾਰੇ ਨੂੰ ਸਿਆਰੀ ਆ ਗਈ। ਪੂਤ ਪੇਖ ਜਿਉ ਜੀਵਤ ਮਾਤਾ। ਇਹਦੇ ਵਿੱਚ ਦੋ ਕਿਰਿਆਵਾਂ ਆ ਗਈਆਂ, ਦੇਖਣਾ ਤੇ ਜਿਉਣਾ। ਪੁੱਤਰ ਵੇਖ ਕੇ ਮਾਂ ਜਿਉਂਦੀ ਹੈ। ਹੁਣ ਮਾਂ ਜਿਉਂਦੀ ਬਾਅਦ ਵਿੱਚ ਹੈ, ਪਹਿਲਾਂ ਪੁੱਤਰ ਨੂੰ ਦੇਖਦੀ ਹੈ। ਪਹਿਲਾ ਕੰਮ ਹੈ ਪੁੱਤਰ ਵੇਖਣਾ, ਇਸ ਕਰਕੇ ਪੇਖ ਦੇ ਖੱਖੇ ਨੂੰ ਸਿਆਰੀ ਆ ਗਈ। ਪੂਤ ਪੇਖ ਜਿਉ ਜੀਵਤ ਮਾਤਾ। ਇਸੇ ਤਰ੍ਹਾਂ ਇੱਕ ਪਖੰਡੀ ਦੀ ਗੱਲ ਕੀਤੀ ਕਿ ਕੂੜ ਬੋਲ ਕਰੇ ਆਹਾਰ, ਵੀ ਉਹ ਝੂਠ ਬੋਲ ਕੇ ਭੋਜਨ ਕਰਦੇ ਨੇ। ਹੁਣ ਰੋਟੀ ਤੇ ਖਾਂਦੇ ਨੇ ਉਹ, ਪਰ ਪਹਿਲਾਂ ਝੂਠ ਬੋਲਦੇ ਨੇ। ਕੋਈ ਪਖੰਡੀ ਆਦਮੀ, ਕੋਈ ਬੇਈਮਾਨੀ ਕਰਨ ਵਾਲਾ, ਕੋਈ ਬਿਜ਼ਨਸਮੈਨ, ਕੋਈ ਉਸ ਤਰ੍ਹਾਂ ਦਾ ਭਾਵ ਰੋਟੀ ਤੇ ਖਾਂਦੇ ਨੇ ਪਰ ਝੂਠ ਬੋਲ ਕੇ ਰੋਟੀ ਖਾਂਦੇ ਨੇ। ਇਸ ਕਰਕੇ ਦੋ ਕੰਮ ਹੋ ਗਏ, ਇੱਕ ਤੇ ਝੂਠ ਬੋਲਣਾ, ਇੱਕ ਰੋਟੀ ਖਾਣੀ। ਹੁਣ ਕੰਮ ਦੋ ਨੇ, ਪਰ ਪਹਿਲਾ ਕੰਮ ਕਿਹੜਾ ਕਰਦੇ ਨੇ? ਪਹਿਲਾਂ ਝੂਠ ਬੋਲਦੇ ਨੇ, ਬਾਅਦ ਚ ਰੋਟੀ ਖਾਂਦੇ ਨੇ। ਇਸ ਕਰਕੇ ਝੂਠ ਬੋਲਣਾ ਪਹਿਲਾ ਕੰਮ ਹੈ। ਬੋਲ ਦੇ ਲੱਲੇ ਨੂੰ ਸਿਆਰੀ ਲੱਗ ਗਈ। ਕੂੜ ਬੋਲ ਭਾਵ ਝੂਠ ਬੋਲ ਕੇ ਕਰੇ ਆਹਾਰ, ਫਿਰ ਉਹ ਭੋਜਨ ਕਰਦੇ ਹਨ। ਇਹ ਮੈਂ ਸੰਖੇਪ ਜਾਂ ਤਾਂ ਕਿਹਾ ਵੀ ਕੱਲ ਹੀ ਗੱਲ ਚੱਲੀ ਸੀਗੀ ਆਪਣੀ ਕਲਾਸ ਦੇ ਵਿੱਚ ਪੂਰਨ ਕਾਰਦੰਤਕ ਦੀ। ਮੈਂ ਕਿਹਾ ਚਲੋ ਇਹਦੇ ਬਾਰੇ ਮੈਂ ਥੋੜਾ ਸਪਸ਼ਟ ਕਰ ਦਿਆਂ। ਪੂਰਨ ਕਾਰਦੰਤਕ ਮੈਨੇ ਉਹ ਕੰਮ ਜਿਹੜਾ ਪਹਿਲਾਂ ਕੰਪਲੀਟ ਕੀਤਾ ਜਾਏ, ਬਾਅਦ ਵਿੱਚ ਦੂਜਾ ਕੀਤਾ ਜਾਵੇ। ਜਦੋਂ ਦੋ ਕਿਰਿਆਵਾਂ ਆ ਜਾਂਦੀਆਂ ਨੇ, ਉਦੋਂ ਪਹਿਲੀ ਕਿਰਿਆ ਦੇ ਨਾਲ ਆਖਰੀ ਅੱਖਰ ਨੂੰ ਸਿਆਰੀ ਲੱਗ ਜਾਂਦੀ ਹੈ। ਇਹ ਤੇ ਜਸਟ ਮੈਂ ਸਿਰਫ ਦੱਸਣਾ ਸੀਗਾ ਕੱਲ ਦੇ ਕਲਾਸ ਤੱਕ ਹੋਣ ਕਰਕੇ। ਉਸ ਤੋਂ ਅੱਗੇ ਹੁਣ ਆਪਾਂ ਅੱਜ ਦਾ ਆਪਾਂ ਕੰਮ ਸ਼ੁਰੂ ਕਰੀਏ। ਮੈਂ ਵੀਰ ਚਰਨਜੀਤ ਸਿੰਘ ਨੂੰ ਕਹਾਂਗਾ ਕਿ ਉਹ ਸਾਹਮਣੇ ਲੈ ਆਣ ਇੱਕ ਪ੍ਰੋਜੈਕਟਰ ਵਾਸਤੇ, ਕੋਈ ਟਾਈਪ ਕਰਨ ਵਾਸਤੇ, ਤੇ ਜਿਹਦੇ ਚ ਆਪਾਂ ਕੁਝ ਚੀਜ਼ਾਂ ਟਾਈਪ ਕਰਾਂਗੇ। ਅੱਜ ਦੋ ਚੈਪਟਰ ਅਸੀਂ ਕਰਨੇ ਨੇ, ਖਾਸ ਕਰਕੇ ਨੰਨੇ ਵਾਲੇ ਤੇ ਹਾਹੇ ਵਾਲੇ। ਇਸ ਕਰਕੇ ਮੈਂ ਨੰਨੇ ਤੋਂ ਤਾਂ ਸ਼ੁਰੂ ਕਰ ਰਿਹਾ। ਨੰਨੇ ਵਾਲਾ ਸੌਖਾ ਹੈਗਾ ਵੈ, ਹਾਹੇ ਵਾਲਾ ਜਿਹੜਾ ਔਖਾ ਹੈ ਉਹਦਾ ਇੱਕ ਬੇਸ ਬਣ ਜਾਏਗਾ ਹਾਹੇ ਦੀਆਂ ਕਿਰਿਆਵਾਂ ਦਾ। ਸਾਡੇ ਚੈਪਟਰ ਕਿਰਿਆਵਾਂ ਦੇ ਚੱਲ ਰਹੇ ਨੇ, ਜਿਹੜੇ ਕੱਲ ਤੋਂ ਅਸੀਂ ਸ਼ੁਰੂ ਕੀਤੇ ਨੇ। ਤੇ ਅੱਜ ਦੀਆਂ ਸਾਡੀਆਂ ਕਿਰਿਆਵਾਂ ਹੋਣਗੀਆਂ, ਲਿਖ ਲਓ ਭੂਤਕਾਲ ਅੰਨ੍ਹੇ ਪੁਰਖ ਦੀ ਕਿਰਿਆ। ਉੱਪਰ ਲਿਖਣਾ ਤੇ ਲਿਖ ਸਕਦੇ ਹੋ, ਨਹੀਂ ਤੇ ਮੈਂ ਵੈਸੇ ਦੱਸ ਦਿੰਦਾ ਵਾਂ। ਭੂਤਕਾਲ ਦੀ ਅੰਨ੍ਹੇ ਪੁਰਖ ਦੀ ਕਿਰਿਆ, ਪਾਸਟ ਟੈਂਸ, ਥਰਡ ਪਰਸਨ। ਜਿਨ੍ਹਾਂ ਨੇ ਨੋਟ ਕਰਨਾ ਹੈ ਉਹ ਨੋਟ ਕਰ ਲੈਣ। ਪੰਜਾਬੀ ਦੇ ਵਿੱਚ ਹੀ ਆ ਜਾਓ ਜੀ, ਪੰਜਾਬੀ ਚ ਲਿਖ ਲਓ ਕਿਉਂਕਿ ਤੁਸੀਂ ਪੰਜਾਬੀ ਚ ਟਾਈਪ ਕਰਨਾ ਹੁਣ। ਹਾਂਜੀ, ਇੱਥੇ ਆ ਜਾਓ। ਭੂਤਕਾਲ ਅੰਨ੍ਹੇ ਪੁਰਖ। ਇਹਨਾਂ ਕਿਰਿਆਵਾਂ ਦੇ ਵਿੱਚ ਕੀ ਹੁੰਦਾ ਵੈ? ਹਾਂਜੀ, ਮੈਂ ਥੋੜੀ ਜਿਹੀ ਇਹਦੇ ਬਾਰੇ ਡਿਟੇਲ ਦੇ ਦਿੰਦਾ ਵਾਂ ਤੇ ਆਪ ਥੋੜਾ ਧਿਆਨ ਦੇ ਦਿਓ। ਕਈ ਵਾਰੀ ਨਾ ਕਿਸੇ ਸਬਜੈਕਟ ਨੂੰ ਸਮਝਾਉਣ ਵਾਸਤੇ ਸਾਨੂੰ ਕੋਈ ਨਾ ਕੋਈ ਕਹਾਣੀ ਜੋੜਨੀ ਪੈਂਦੀ ਹੈ, ਕਿਉਂਕਿ ਗੁਰਬਾਣੀ ਗ੍ਰਾਮਰ ਇੱਕ ਐਸਾ ਬੋਰਿੰਗ ਵਿਸ਼ਾ ਹੈ, ਜਾਂ ਦੂਸਰਾ ਗੁਰਬਾਣੀ ਗ੍ਰਾਮਰ ਐਸਾ ਇੱਕ ਟਫ ਵਿਸ਼ਾ ਹੈ, ਟਫ ਸਬਜੈਕਟ ਹੈ, ਜਿਹਨੂੰ ਸਮਝਣਾ ਬੜਾ ਔਖਾ ਲੱਗਦਾ ਵੈ। ਔਰ ਦੂਸਰੀ ਗੱਲ, ਇਹਨੂੰ ਸੌਖਾ ਸਮਝਣ ਵਾਸਤੇ ਕੋਈ ਨਾ ਕੋਈ ਕਹਾਣੀ ਜੋੜ ਦੇਣੀ ਪੈਂਦੀ ਹੈ। ਜਿਵੇਂ ਲਾਸਟ ਟਾਈਮ ਮੈਂ ਕਿਹਾ ਸੀ ਵੀ ਊੜੇ ਐੜੇ ਈੜੀ ਦੀ ਲੜਾਈ ਹੋ ਗਈ, ਫਿਰ ਉਹਨਾਂ ਨੇ ਆਪਣਾ ਸਮਾਨ ਵੰਡ ਲਿਆ, ਉਹਨਾਂ ਨੇ ਆਪੋ ਆਪਣੀਆਂ ਲਗਾਂ ਵੰਡ ਲਈਆਂ, ਜਿਹਦੇ ਵਿੱਚ ਇੱਕ ਮੁਕਤਾ ਵੀ ਸੀ। ਮੁਕਤਾ ਦਾ ਮਤਲਬ ਜਿਹੜਾ ਲਗਾ ਤੋਂ ਮੁਕਤ ਹੈਗਾ ਹੈ, ਜਿਹਦੇ ਉੱਪਰ ਲਗਾ ਦਾ ਕੋਈ ਅਸਰ ਨਹੀਂ।
ਤਿੰਨ ਲਗਾ ਆ ਗਈਆਂ, ਅਸੀਂ ਤਿੰਨ ਲਗਾ ਵੰਡ ਕੇ 9 ਬਣਾ ਦਿੱਤੀਆਂ। ਤੇ ਕਿਸੇ ਨੇ ਕਿਹਾ ਸੀ ਕਿ 10ਵੀਂ ਲੱਗ ਹੈਗੀ ਮੁਕਤਾ। ਮੁਕਤਾ ਲੱਗ ਨਹੀਂ ਹੁੰਦੀ, ਮੁਕਤਾ ਦਾ ਮਤਲਬ ਵੀ ਲੱਗ ਤੋਂ ਮੁਕਤ ਹੈ, ਉਹਦੇ ਉੱਪਰ ਲੱਗ ਦਾ ਕੋਈ ਅਸਰ ਨਹੀਂ ਹੈ। ਅਸੀਂ ਇਸ ਤਰ੍ਹਾਂ ਕੀਤੀ ਸੀ ਗੱਲ। ਹੁਣ ਇਸੇ ਤਰ੍ਹਾਂ ਮੈਂ ਇੱਕ ਛੋਟੀ ਜੀ ਕਹਾਣੀ ਕਵਾਂਗਾ ਤੇ ਸਾਨੂੰ ਗੱਲ ਸਮਝ ਆ ਜਾਏਗੀ। ਕਹਿੰਦੇ ਨੇ ਕਿ ਇਸਤਰੀ ਲਿੰਗ ਤੇ ਪੁਲਿੰਗ ਦੇ ਵਿੱਚ ਲੜਾਈ ਹੋ ਗਈ, ਪੁਲਿੰਗ ਵਿੱਚ ਤੇ ਇਸਤਰੀ ਲਿੰਗ ਵਿੱਚ ਲੜਾਈ ਹੋ ਗਈ। ਜਦੋਂ ਲੜਾਈ ਹੋਈ ਵੀ ਜੀ ਇੱਕ ਪਾਸੇ ਪੁਲਿੰਗ ਲਿਖ ਲਓ, ਦੂਜੇ ਪਾਸੇ ਇਸਤਰੀ ਲਿੰਗ ਲਿਖ ਲਓ, ਤੇ ਉਹਦੇ ਥੱਲੇ ਆਪਾਂ ਕੁਛ ਨਾ ਕੁਛ ਲਿਖੀ ਜਾਵਾਂਗੇ। ਜਦੋਂ ਲੜਾਈ ਹੋਈ ਉਹ ਕਹਿੰਦੇ ਵੀ ਆਪਾਂ ਸਮਾਨ ਵੰਡ ਲਈਏ ਜੀ, ਹੁਣ ਅਸੀਂ ਅਲੱਗ-ਅਲੱਗ ਹੋ ਜਾਣਾ ਹੈ, ਅਸੀਂ ਇਕੱਠੇ ਨਹੀਂ ਰਹਿਣਾ ਹੈਗਾ, ਹੁਣ ਅਸੀਂ ਅਲੱਗ-ਅਲੱਗ ਹੋ ਜਾਣਾ ਹੈ। ਪੁਲਿੰਗ ਤੇ ਇਸਤਰੀ ਲਿੰਗ ਨੇ ਘਰ ਦਾ ਸਮਾਨ ਵੰਡਣਾ ਸ਼ੁਰੂ ਕਰ ਦਿੱਤਾ। ਸਮਾਨ ਵੰਡਦੇ ਆ ਕਹਿਣਗੇ ਪੁਲਿੰਗ ਵਾਲਾ ਸਮਾਨ ਪੁਲਿੰਗ ਰੱਖੇਗਾ, ਇਸਤਰੀ ਲਿੰਗ ਵਾਲਾ ਸਮਾਨ ਇਸਤਰੀ ਲਿੰਗ ਰੱਖੇਗੀ। ਉਹਨਾਂ ਨੇ ਇਹ ਕਹਿ ਦਿੱਤਾ। ਹੁਣ ਜਦੋਂ ਸਮਾਨ ਵੰਡਣ ਲੱਗੇ ਸਾਹਮਣੇ ਆ ਗਿਆ ਪੈਨ। ਪੁਲਿੰਗ ਕਹਿੰਦਾ ਵੀ ਪੈਨ ਮੇਰਾ ਵੈ, ਕੋਈ ਪੈਨ ਹੁੰਦਾ ਵੈ ਮੇਰਾ ਪੈਨ। ਪੁਲਿੰਗ ਦੀ ਪਛਾਣ ਇਹ ਵੀ ਉਹਦੇ ਨਾਲ ਮੇਰਾ ਲਾ ਲਓ, ਪੁਲਿੰਗ ਹੈ। ਮੇਰੀ ਲੱਗ ਜਾਏ ਕਿਸੇ ਦੇ ਨਾਲ ਤੇ ਉਹ ਇਸਤਰੀ ਲਿੰਗ ਹੈ। ਚੰਗਾ ਲਾ ਲਓ, ਚੰਗੀ ਲਾ ਲਓ, ਪਤਾ ਲੱਗ ਜਾਂਦਾ ਵੀ ਚੰਗਾ ਮੈਨੇ ਪੁਲਿੰਗ ਹੈ, ਚੰਗੀ ਮੈਨੇ ਇਸਤਰੀ ਲਿੰਗ ਹੈ। ਹਾਂਜੀ, ਹੁਣ ਪੈਨ ਸਾਹਮਣੇ ਆਇਆ ਤੇ ਉਹ ਪੈਨ ਜਿਹੜਾ ਉਹ ਪੁਲਿੰਗ ਵਾਲੇ ਪਾਸੇ ਆ ਗਿਆ। ਵੀ ਜੀ ਤੁਸੀਂ ਇੱਥੇ ਹੀ ਕਰੀ ਜਾਓ, ਕੋਈ ਨਹੀਂ, ਤੁਸੀਂ ਕਾਪੀ ਪੇਸਟ ਨਾ ਕਰੋ, ਇੱਥੇ ਤੁਸੀਂ ਸਾਰਾ ਕੰਮ ਕਰੀ ਜਾਓ। ਦੂਜੇ ਪਾਸੇ ਹਾਂ ਏਦਾਂ ਇੰਗਲਿਸ਼ ਚ ਲਿਖੀ ਜਾਓ, ਕੋਈ ਇੰਗਲਿਸ਼ ਲਿਖੀ ਜਾਓ। ਸਾਹਮਣੇ ਆ ਗਈ ਪੈਨਸਲ, ਤੇ ਪੈਨਸਲ ਕਹਿੰਦੀ ਇਸਤਰੀ ਲਿੰਗ ਕਹਿੰਦੀ ਵੀ ਪੈਨਸਲ ਤੇ ਮੇਰਾ ਹੱਕ ਬਣਦਾ ਹੈ, ਕਿਉਂਕਿ ਪੈਨਸਲ ਇਸਤਰੀ ਲਿੰਗ ਹੈ, ਮੇਰੀ ਪੈਨਸਲ। ਮੇਰਾ ਪੈਨਸਲ ਕਦੀ ਨਹੀਂ ਹੁੰਦਾ, ਮੇਰੀ ਪੈਨਸਲ ਹੁੰਦਾ। ਫਿਰ ਆ ਗਿਆ ਫੈਨ, ਪੱਖਾ। ਜਦੋਂ ਫੈਨ ਆਇਆ ਤੇ ਉਹ ਫੈਨ ਕਹਿਣ ਲੱਗਾ ਪੁਲਿੰਗ ਵੀ ਉਹ ਮੇਰਾ ਬਣਿਆ ਜੀ, ਫੈਨ ਤੇ ਮੇਰਾ ਵੈ। ਕਹਿੰਗੇ ਅੱਛਾ ਫੈਨ ਤੇਰਾ ਹੈ, ਚਲੋ ਮੈਂ ਪੱਖੀ ਨਾਲ ਕੰਮ ਸਾਰ ਲਾਂਗੀ। ਪੱਖੀ ਜਿਹੜਾ ਇਸਤਰੀ ਲਿੰਗ ਵੱਲ ਚਲਾ ਗਿਆ, ਇੱਕ ਪਾਸੇ ਉਹ ਚਲਾ ਗਿਆ। ਹੁਣ ਦੂਜੇ ਪਾਸੇ ਆ ਗਿਆ ਬਲਬ। ਬਲਬ ਹੈਗਾ ਪੁਲਿੰਗ, ਮੇਰਾ ਬਲਬ। ਉਹਨੇ ਬਲਬ ਲੈ ਲਿਆ ਪੁਲਿੰਗ ਨੇ ਵੀ ਬਲਬ ਮੇਰਾ ਵੈ। ਇਸਤਰੀ ਲਿੰਗ ਵਾਲੀ ਕਹਿਣ ਲੱਗੀ ਵੀ ਕੋਈ ਗੱਲ ਨਹੀਂ, ਬਲਬ ਤੇਰਾ, ਟਿਊਬ ਮੇਰੀ ਹੈ, ਟਿਊਬ ਦੀ ਲਾਈਟ ਜ਼ਿਆਦਾ ਹੁੰਦੀ ਹੈ, ਮੈਂ ਟਿਊਬ ਰੱਖ ਲੈਂਦੀ ਹਾਂ। ਇਸਤਰੀ ਲਿੰਗ ਟਿਊਬ ਇੱਧਰ ਚਲੀ ਗਈ। ਉਹ ਕਹਿੰਦਾ ਅੱਛਾ। ਇਸੇ ਤਰ੍ਹਾਂ ਸਾਰਾ ਸਮਾਨ ਵੰਡਣਾ ਸ਼ੁਰੂ ਕਰ ਦਿੱਤਾ। ਪੁਲਿੰਗ ਕਹਿਣ ਲੱਗਾ ਵੀ ਸੋਫਾ ਮੇਰਾ ਵੈ, ਉਹਨੇ ਸੋਫਾ ਲੈ ਲਿਆ। ਇਸਤਰੀ ਲਿੰਗ ਕਹਿਣ ਲੱਗੀ ਵੀ ਮੇਰਾ ਵੀ ਸਮਾਨ ਇੱਥੇ ਹੈਗਾ ਵੈ। ਉਹਨੇ ਕੀ ਕੀਤਾ, ਉਹਨੇ ਪੱਖੀ ਲੈ ਲਈ, ਟਿਊਬ ਲੈ ਲਈ। ਇਸ ਤਰ੍ਹਾਂ ਕੀ ਕਰਦਾ ਸਾਰਾ ਸਮਾਨ ਵੰਡ ਲਿਆ। ਹੁਣ ਜਦੋਂ ਸਮਾਨ ਵੰਡਿਆ ਗਿਆ, ਪੁਲਿੰਗ ਦੇ ਲਫ਼ਜ਼ ਇੱਕ ਪਾਸੇ ਹੋ ਗਏ, ਇਸਤਰੀ ਲਿੰਗ ਦੇ ਇੱਕ ਪਾਸੇ ਹੋ ਗਏ। ਭੂਤਕਾਲ ਅੰਨ੍ਹੇ ਪੁਰਖ। ਹੁਣ ਫ੍ਰਿਜ ਹੁੰਦੀ ਹੈ, ਫ੍ਰਿਜ ਇੱਧਰ ਚਲੀ ਗਈ ਜੀ ਬੀਬੀਆਂ ਵਾਲੇ ਪਾਸੇ, ਫ੍ਰਿਜ ਇੱਧਰ ਆ ਗਈ। ਹਾਂਜੀ, ਫ੍ਰਿਜ ਇਹਨੇ ਲੈ ਲਈ, ਕੂਲਰ ਬੰਦੇ ਨੇ ਲੈ ਲਿਆ, ਟੀਵੀ ਬੰਦੇ ਨੇ ਲੈ ਲਿਆ। ਮੋਸਟਲੀ ਸਮਾਨ ਜ਼ਿਆਦਾ ਪੁਲਿੰਗ ਵਾਲਾ ਹੁੰਦਾ ਹੈ, ਇਸਤਰੀ ਲਿੰਗ ਵਾਲਾ ਘੱਟ ਹੁੰਦਾ ਵੈ। ਖੈਰ, ਹੁਣ ਕੀ ਹੋਇਆ, ਅਸੀਂ ਇਹ ਤਾਂ ਲਿਖ ਰਹੇ ਹਾਂ ਸਾਨੂੰ ਪਤਾ ਲੱਗ ਜਾਏ ਵੀ ਕਿਹੜੇ ਸ਼ਬਦ ਪੁਲਿੰਗ ਹੁੰਦੇ ਨੇ, ਕਿਹੜੇ ਸ਼ਬਦ ਇਸਤਰੀ ਲਿੰਗ ਹੁੰਦੇ ਨੇ। ਕੰਘੀ ਇਸਤਰੀ ਲਿੰਗ ਹੈਗੀ ਹੈ, ਕੋਠੀ ਇਸਤਰੀ ਲਿੰਗ ਹੈਗੀ ਹੈ, ਕਾਰ ਇਸਤਰੀ ਲਿੰਗ ਹੈਗੀ ਹੈ। ਇਹੋ ਜਿਹੀਆਂ ਚੀਜ਼ਾਂ ਇਸਤਰੀ ਲਿੰਗ ਚਲੀਆਂ ਜਾਂਦੀਆਂ। ਖੈਰ, ਜਿਹੜਾ ਭੂਤਕਾਲ ਅੰਨ੍ਹੇ ਪੁਰਖ ਦੀ ਕਿਰਿਆ ਹੈਗੀ ਹੈ, ਇਸ ਕਿਰਿਆ ਦੇ ਵਿੱਚ ਵੀ ਕੀ ਹੋਇਆ, ਇਸਤਰੀ ਲਿੰਗ ਤੇ ਪੁਲਿੰਗ ਨੇ ਕੁਝ ਅੱਖਰ ਤੇ ਕੁਝ ਲਗਾਂ ਵੰਡ ਲਈਆਂ। ਹੁਣ ਵੀ ਜੀ ਪੰਜਾਬੀ ਵਾਲੇ ਪਾਸੇ ਆ ਜਾਓ, ਮੈਂ ਕੁਝ ਲਿਖਾਵਾਂਗਾ ਹੁਣ ਤੁਹਾਨੂੰ ਪੰਜਾਬੀ ਵਾਲੇ ਪਾਸੇ। ਇੱਥੇ ਲਿਖੀ ਜਾਏ, ਹੁਣ ਦੂਰ ਨਹੀਂ ਜਾਣ ਦੀ ਲੋੜ ਆਪਾਂ ਨੂੰ ਕਾਪੀ ਪੇਸਟ ਦੀ। ਇੱਥੇ ਲਿਖ ਦਿਓ ਪੁਲਿੰਗ ਤੇ ਦੂਜੇ ਪਾਸੇ ਲਿਖ ਦਿਓ ਇਸਤਰੀ ਲਿੰਗ। ਹੁਣ ਜਦੋਂ ਪੁਲਿੰਗ ਤੇ ਇਸਤਰੀ ਲਿੰਗ ਨੇ ਕਿਰਿਆਵਾਂ ਵੰਡਣੀਆਂ ਸੀ, ਵਰਬਸ ਜਿਹੜੀਆਂ ਸੀ, ਕਿਰਿਆਵਾਂ ਸੀ, ਉਹ ਵੰਡਣੀਆਂ ਸੀ। ਉਹ ਕਿਵੇਂ ਵੰਡੀਆਂ ਜਾਣ? ਪੁਲਿੰਗ ਕਹਿਣ ਲੱਗਾ ਵੀ ਪਹਿਲਾਂ ਮੈਂ ਕੁਛ ਲਵਾਂਗਾ ਜੀ, ਮੈਂ ਏਦਾਂ ਕਰਾਂਗਾ ਕਿ ਮੈਂ ਸਿਹਾਰੀ ਲਵਾਂਗਾ। ਪੁਲਿੰਗ ਦੇ ਥੱਲੇ ਸਿਹਾਰੀ ਪਾ ਦਿਓ ਜਾਂ ਸਿਹਾਰੀ ਲਿਖ ਦਿਓ, ਸਿਹਾਰੀ ਪਾ ਦਿਓ। ਹਾਂ, ਪੁਲਿੰਗ ਕਹਿਣ ਲੱਗਾ ਵੀ ਸਿਹਾਰੀ ਮੇਰੀ ਹੈਗੀ ਹੈ। ਵੀ ਜਿਹਦਾ ਟਾਈਮ ਲੱਗੇਗਾ, ਮੈਂ ਕਹਿੰਦਾ ਉੱਥੇ ਹੀ ਕਰੀ ਜਾਓ, ਤੁਸੀਂ ਇੱਥੇ ਕਰੀ ਜਾਓ ਤੁਸੀਂ ਪੁਲਿੰਗ ਇਸਤਰੀ ਲਿੰਗ ਲਿਖ ਕੇ ਨਾ। ਵੀਰ ਜੀ, ਇੱਥੇ ਪੁਲਿੰਗ ਇਸਤਰੀ ਲਿੰਗ ਲਿਖਿਆ ਨਹੀਂ ਜਾਏਗਾ ਕਿਉਂਕਿ ਇਹ ਨੋਟਪੈਡ ਟਾਈਪ ਸੈਕਸ਼ਨ ਹੈ ਤੇ ਇੱਥੇ ਉਹ ਕਾਲਮਸ ਨਹੀਂ ਬਣ ਪਾਣਗੇ। ਦੂਜੇ ਪਾਸੇ ਕਾਲਮ ਬਣੇ ਹੋਏ ਨੇ ਤਾਂ ਮੈਂ ਇੱਥੋਂ ਕੁਇਕਲੀ ਮੈਂ ਕਾਪੀ ਕਰ ਲਾਂਗਾ। ਚਲੋ ਠੀਕ ਹੈ, ਓਕੇ। ਹੁਣ ਪੁਲਿੰਗ ਨੇ ਸਿਹਾਰੀ ਲੈ ਲਈ। ਯਾਦ ਰੱਖਿਓ ਵੀ ਜਿਸ ਕਿਰਿਆ ਦੇ ਨਾਲ ਸਿਹਾਰੀ ਆਏਗੀ ਉਹ ਕਿਰਿਆ ਪੁਲਿੰਗ ਦੀ ਹੋਏਗੀ। ਪੁਲਿੰਗ ਨੇ ਸਿਹਾਰੀ ਵੰਡ ਲਈ।
ਇਸਤਰੀ ਲਿੰਗ ਕਹਿਣਗੇ ਚਲੋ ਠੀਕ ਹੈ, ਜੇ ਤੂੰ ਸਿਹਾਰੀ ਲਈ ਹੈ ਨਾ ਤੇ ਮੈਂ ਬਿਹਾਰੀ ਲੈ ਲੈਂਦੀ ਆ। ਇਸਤਰੀ ਲਿੰਗ ਨੇ ਬਿਹਾਰੀ ਲੈ ਲਈ। ਹੁਣ ਆ ਬਿਹਾਰੀ ਸਿਹਾਰੀ ਤਾਂ ਸਾਰੇ ਸਮਝਦੇ ਹੋਣਗੇ, ਸਿਹਾਰੀ ਜਿਹੜੀ ਹੈ ਛੋਟੀ ਕੀ ਮਾਤਰਾ, ਬਿਹਾਰੀ ਵੱਡੀ ਕੀ ਮਾਤਰਾ। ਕਹਿਣ ਲੱਗੇ ਚਲੋ ਠੀਕ ਹੈ। ਇਸ ਤੋਂ ਅੱਗੇ ਪੁਲਿੰਗ ਕਹਿਣ ਲੱਗਾ ਵੀ ਮੈਂ ਊੜਾ ਲੈ ਲਵਾਂਗਾ, ਊੜੇ ਦਾ ਮੂੰਹ ਖੁੱਲਾ ਹੋਣਾ ਚਾਹੀਦਾ, ਊੜੇ ਨੂੰ ਹੋੜੇ ਵਾਲਾ ਊੜਾ। ਪੁਲਿੰਗ ਕਹਿਣ ਲੱਗਾ ਵੀ ਮੈਂ ਆਪਣੀ ਕਿਰਿਆ ਦੇ ਨਾਲ ਊੜਾ ਲੈ ਕੇ ਆਵਾਂਗਾ, ਮੇਰੀ ਕਿਰਿਆ ਦੀ ਨਿਸ਼ਾਨੀ ਹੋਏਗੀ ਊੜਾ। ਇਸਤਰੀ ਲਿੰਗ ਕਹਿਣ ਲੱਗੀ ਚਲੋ ਠੀਕ ਹੈ, ਮੇਰੀ ਕਿਰਿਆ ਦੀ ਨਿਸ਼ਾਨੀ ਜੇ ਤੂੰ ਊੜਾ ਰੱਖੇਗਾ ਤੇ ਮੈਂ ਐੜਾ ਅੱਖਰ ਲੈ ਲਵਾਂਗੀ। ਇਸਤਰੀ ਲਿੰਗ ਨੇ ਐੜਾ ਲੈ ਲਿਆ। ਦੋਨਾਂ ਦੇ ਵਿੱਚ ਇੱਕ ਚੀਜ਼ ਸਾਂਝੀ ਹੈਗੀ ਹੈ, ਉਹ ਹੈਗੀ ਹੈ ਨੰਨੇ ਨੂੰ ਔਂਕੜ, ਉਹ ਦੋਨੋਂ ਪਾਸੇ ਆ ਜਾਏਗੀ, ਅਖੀਰ ਤੇ ਨੰਨੇ ਨੂੰ ਔਂਕੜ। ਮੈਂ ਤਾਂ ਗ੍ਰਾਫ ਤਿਆਰ ਕੀਤਾ ਹੋਇਆ, ਬਾਅਦ ਚ ਤੁਹਾਨੂੰ ਮੈਂ ਗ੍ਰਾਫ ਵੀ ਸਾਹਮਣੇ ਰੱਖਾਂਗਾ, ਹੋਰ ਜ਼ਿਆਦਾ ਸਪਸ਼ਟ ਤੁਹਾਨੂੰ ਸਮਝ ਆ ਜਾਏਗੀ। ਕਿਉਂਕਿ ਜਿਹੜੇ ਗੁਰਬਾਣੀ ਗ੍ਰਾਮਰ ਕਈ ਵਾਰੀ ਬੋਰਡ ਦੇ ਉੱਪਰ ਕਾਫੀ ਕੁਝ ਲਿਖਾ ਕੇ ਕਰਾਉਣਾ ਪੈਂਦਾ ਹੁੰਦਾ ਹੈ। ਨੰਨੇ ਨੂੰ ਔਂਕੜ ਪਾਣੀ ਵਿੱਚ, ਨੰਨੇ ਨੂੰ ਔਂਕੜ, ਅਖੀਰ ਤੇ ਨੰਨੇ ਨੂੰ ਔਂਕੜ। ਇਹ ਹੁਣ ਇਹ ਦੋਨਾਂ ਦੀ ਚੀਜ਼ ਹੈ। ਹਾਂਜੀ, ਹੁਣ ਪੁਲਿੰਗ ਦੀ ਨਿਸ਼ਾਨੀ ਹੈਗੀ ਹੈ ਸਿਹਾਰੀ, ਊੜਾ, ਨੰਨੇ ਨੂੰ ਔਂਕੜ। ਇਸਤਰੀ ਲਿੰਗ ਦੀ ਨਿਸ਼ਾਨੀ ਹੈਗੀ ਹੈ ਬਿਹਾਰੀ, ਐੜਾ, ਨੰਨੇ ਨੂੰ ਔਂਕੜ। ਇਹ ਹੈਗੇ ਜੀ ਇੱਕ ਵਚਨ। ਪੁਲਿੰਗ ਕਹਿਣ ਲੱਗਾ ਵੀ ਜਦੋਂ ਸਾਡਾ ਬੰਦਾ ਆਏਗਾ ਨਾ, ਉਹ ਸਿਹਾਰੀ ਲੈ ਕੇ ਆਏਗਾ, ਊੜਾ ਲੈ ਕੇ ਆਏਗਾ। ਬੀਬੀਆਂ, ਇਸਤਰੀ ਨੇ ਕਹਿਣ ਲੱਗੀ ਵੀ ਜਦੋਂ ਸਾਡੇ ਵੱਲੋਂ ਕੋਈ ਬੀਬੀ ਆਏਗੀ, ਉਹ ਬਿਹਾਰੀ ਲੈ ਕੇ ਆਏਗੀ ਤੇ ਉਹ ਐੜਾ ਲੈ ਕੇ ਆਏਗੀ। ਠੀਕ ਹੈ ਜੀ, ਇਹ ਨਿਸ਼ਾਨੀ ਹੋ ਗਈ। ਹੁਣ ਇਹਨਾਂ ਨੇ ਆਪਸ ਚ ਗੱਲ ਕੀਤੀ ਵੀ ਇਹ ਤੇ ਸੀ ਇੱਕ ਵਚਨ ਕਰਕੇ, ਜਦੋਂ ਇੱਕ ਬੰਦਾ ਆਏਗਾ, ਮੰਨ ਲਓ ਜਿਵੇਂ ਕੋਈ ਨਿਸ਼ਾਨੀ ਹੁੰਦੀ ਹੈਗੀ ਹੈ ਕਿ ਇਹ ਮਿਸ਼ਨੀ ਹੈ, ਇਹ ਟਕਸਾਲੀ ਹੈ, ਇਹ ਸੰਤ ਸਮਾਜੀ ਹੈ, ਇਹ ਨਿਹੰਗ ਸਿੰਘ ਹੈ, ਉਹਨਾਂ ਦੀ ਦਸਤਾਰਾਂ ਤੋਂ ਪਤਾ ਲੱਗ ਜਾਂਦਾ ਹੈ। ਦੁਮਾਲਾ ਸਜਾਇਆ ਤੇ ਇਹ ਫਲਾਣੀ ਜਥੇਬੰਦੀ ਹੈ, ਗੋਲ ਪੱਗ ਬੰਨੀ ਤੇ ਸੰਤ ਸਮਾਜ ਹੈਗਾ, ਫਲਾਣੀ ਪੱਗ ਬੰਨੀ ਤੇ ਫਲਾਣੇ ਦਾ ਵੈ। ਏਦਾਂ ਹੀ ਇਹ ਨਿਸ਼ਾਨੀਆਂ ਹੈਗੀਆਂ ਨੇ। ਪੁਲਿੰਗ ਇੱਕ ਵਚਨ ਦੀ ਨਿਸ਼ਾਨੀ ਹੈਗੀ ਕਿਰਿਆ ਦੀ ਸਿਹਾਰੀ ਤੇ ਊੜਾ। ਇਸਤਰੀ ਲਿੰਗ ਇੱਕ ਵਚਨ ਦੀ ਨਿਸ਼ਾਨੀ ਹੈਗੀ ਹੈ ਬਿਹਾਰੀ ਤੇ ਐੜਾ। ਆ ਯਾਦ ਰੱਖਣਾ ਵੇ। ਹੁਣ ਕਹਿਣ ਲੱਗੇ ਤਾਂ ਅਸੀਂ ਸਾਡਾ ਇੱਕ ਇੱਕ ਬੰਦਾ ਆਏਗਾ ਤੇ ਆ ਨਿਸ਼ਾਨੀਆਂ ਹੋਣਗੀਆਂ, ਪਰ ਜੇ ਜਥਾ ਆ ਜਾਂਦਾ ਪੂਰਾ, ਫਿਰ ਆਦਮੀ ਕਹਿਣ ਲੱਗਾ ਠੀਕ ਹੈ, ਜੇ ਜਥਾ ਆਏਗਾ ਨਾ ਤੇ ਮੈਂ ਊੜੇ ਦੀ ਥਾਂ ਤੇ ਐੜਾ ਕਰ ਦੇਵਾਂਗਾ। ਹੁਣ ਆ ਗਿਆ ਬਹੁਵਚਨ। ਬਹੁਵਚਨ ਦੇ ਵਿੱਚ ਸਿਹਾਰੀ, ਐੜਾ ਤੇ ਨੰਨੇ ਨੂੰ ਔਂਕੜ ਪੁਲਿੰਗ ਦੇ ਥੱਲੇ ਕਰ ਦਿਓ। ਉੱਤੋਂ ਕਾਪੀ ਪੇਸਟ ਕਰ ਲਓ, ਸਿਹਾਰੀ ਉੱਪਰੋਂ ਕਾਪੀ ਪੇਸਟ ਕਰ ਲਓ ਨਾ, ਸਿਹਾਰੀ, ਸੱਜੇ ਪਾਸੋਂ ਐੜਾ ਚੁੱਕ ਲਓ, ਐੜਾ ਤੇ ਨੰਨੇ ਨੂੰ ਔਂਕੜ। ਹਾਂ, ਨਾਲ ਹੀ ਲਿਖ ਦੋ ਚੰਗਾ ਸਗੋਂ, ਨਹੀਂ ਥੱਲੇ ਰੱਖ ਦੋ, ਕੋਈ ਨਹੀਂ ਚੁੱਕਣ ਦਾ ਕੋਈ ਗੱਲ। ਐੜਾ ਤੇ ਨੰਨੇ ਨੂੰ ਔਂਕੜ। ਇਹਦੇ ਸਾਹਮਣੇ ਖੱਬੇ ਵਾਲੇ ਕਾਲਮ ਦੇ ਵਿੱਚ ਲਿਖ ਦੋ ਬਹੁਵਚਨ। ਬਹੁਵਚਨ, ਪੁਲਿੰਗ ਬਹੁਵਚਨ। ਲਿੰਗ ਬਹੁਵਚਨ। ਹਾਂਜੀ, ਪੁਲਿੰਗ ਇੱਕ ਵਚਨ ਦੀ ਨਿਸ਼ਾਨੀ ਹੈਗੀ ਹੈ ਸਿਹਾਰੀ, ਊੜਾ, ਤੇ ਪੁਲਿੰਗ ਬਹੁਵਚਨ ਦੀ ਨਿਸ਼ਾਨੀ ਹੈਗੀ ਹੈ ਸਿਹਾਰੀ, ਐੜਾ। ਸਿਹਾਰੀ ਹਮੇਸ਼ਾ ਪੁਲਿੰਗ ਨਾਲ ਹੀ ਆਏਗੀ। ਪੁਲਿੰਗ ਨੇ ਪੱਕੀ ਪ੍ਰੋਪਰਟੀ ਬਣਾ ਲਈ ਕਿ ਸਿਹਾਰੀ ਮੇਰੀ ਪ੍ਰੋਪਰਟੀ ਹੈ। ਉੱਪਰ ਪੁਲਿੰਗ ਇੱਕ ਵਚਨ ਕਰ ਦੋ ਜੀ, ਸਿਹਾਰੀ, ਊੜਾ ਤੇ ਨੰਨਾ, ਏਦਾਂ ਹੀ ਕਰ ਦੋ ਤਾਂ ਕਿ ਸੌਖਾ ਸਮਝਣਾ ਹੋ ਜਾਏਗਾ। ਹਾਂਜੀ, ਕਿੱਥੇ ਵੀਰ ਜੀ? ਚਲੋ ਰਹਿਣ ਦੋ ਤੁਸੀਂ, ਕੋਈ ਗੱਲ ਨਹੀਂ, ਆਪਾਂ ਅੱਗੇ ਕਰਦੇ ਹਾਂ। ਹੁਣ ਇਸਤਰੀ ਲਿੰਗ ਕਹਿ ਲੱਗੀ ਜਦੋਂ ਸਾਡਾ ਜਥਾ ਆਏਗਾ, ਬਿਹਾਰੀ ਤੇ ਸਾਡੇ ਕੋਲ ਹੈਗੀ ਹੈ, ਅਸੀਂ ਐੜੇ ਦੀ ਥਾਂ ਤੇ ਊੜਾ ਕਰ ਲਵਾਂਗੇ। ਅਸੀਂ ਫਿਰ ਬਿਹਾਰੀ, ਊੜਾ ਤੇ ਨੰਨੇ ਨੂੰ ਔਂਕੜ। ਇਹ ਇਸਤਰੀ ਲਿੰਗ ਬਹੁਵਚਨ ਆ ਗਿਆ। ਹੁਣ ਅਸੀਂ ਕਿਰਿਆ ਦੇਖਾਂਗੇ ਇਦਾਂ ਦੀਆਂ ਕਿਦਾਂ ਦੀਆਂ ਨੇ। ਮੈਂ ਇੱਕ ਵਾਰੀ ਫਿਰ ਮਾੜਾ ਜਿਹਾ ਤੁਹਾਨੂੰ ਕੰਪਲੀਟ ਸਮਝਾ ਦਵਾਂ ਕਿ ਭੂਤਕਾਲ ਅੰਨੇ ਪੁਰਖ ਦੀ ਜਿਹੜੀ ਕਿਰਿਆ ਹੁੰਦੀ ਹੈ, ਪੁਲਿੰਗ ਦੀ ਹੁੰਦੀ ਸਿਹਾਰੀ,
ਇਸਤਰੀ ਲਿੰਗ ਦੀ ਹੁੰਦੀ ਬਿਹਾਰੀ। ਇਹ ਪੱਕੀ ਡਿਸਾਈਡ ਹੈ, ਜਿੱਥੇ ਸਿਹਾਰੀ ਆ ਗਈ ਉੱਥੇ ਪੁਲਿੰਗ ਹੈ, ਜਿੱਥੇ ਬਿਹਾਰੀ ਆ ਗਈ ਉੱਥੇ ਇਸਤਰੀ ਲਿੰਗ ਹੈ। ਆ ਯਾਦ ਰੱਖਣਾ ਹੈ। ਸਿਹਾਰੀ ਤੇ ਬਿਹਾਰੀ ਨਾਲ ਕੋਈ ਨਾ ਕੋਈ ਅੱਖਰ ਜ਼ਰੂਰ ਲੱਗੇਗਾ, ਇਹ ਮੈਂ ਪਹਿਲਾਂ ਦੱਸ ਦਵਾਂ। ਇੱਕ ਵਚਨ ਹੋਏਗਾ ਤੇ ਪੁਲਿੰਗ ਦੇ ਨਾਲ ਊੜਾ ਆਏਗਾ, ਬਹੁਵਚਨ ਹੋਏਗਾ ਤੇ ਪੁਲਿੰਗ ਨਾਲ ਐੜਾ ਆ ਜਾਏਗਾ। ਇਸਤਰੀ ਲਿੰਗ ਵਿੱਚ ਉਲਟ ਹੋਏਗਾ, ਇਸਤਰੀ ਲਿੰਗ ਵਿੱਚ ਇੱਕ ਵਚਨ ਹੋਏਗਾ ਤੇ ਐੜਾ ਆ ਜਾਏਗਾ, ਬਹੁਵਚਨ ਹੋਏਗਾ ਤੇ ਊੜਾ ਆ ਜਾਏਗਾ। ਹਾਂਜੀ ਵੀ ਜੀ, ਹੁਣ ਆਪਾਂ ਆਈਏ ਪਹਿਲੀ ਸਲਾਈਡ ਵੱਲ। ਜਿਹੜੇ ਇਹਦਾ ਪਹਿਲਾ ਚੈਪਟਰ ਦਾ ਪਹਿਲਾ A ਪਾਰਟ ਹੈ ਨਾ, ਉਹਨੂੰ ਖੋਲ ਲਓ ਹੁਣ ਤੁਸੀਂ। ਹੁਣ ਮੈਂ ਸਮਝਾਵਾਂ ਕਿਵੇਂ ਕਰਨਾ ਸੀ। ਹਾਂਜੀ ਆ ਉੱਪਰ ਕਰ ਦੋ ਥੋੜਾ ਜਿਹਾ ਉੱਪਰ। ਰਾਈਟ। ਗੁਰਬਾਣੀ ਵਿੱਚ ਭੂਤਕਾਲ ਅੰਨ੍ਹੇ ਪੁਰਖ ਨਾਲ ਸੰਬੰਧਿਤ ਕਿਰਿਆਵਾਂ ਦੇ ਅੰਤ ਵਿੱਚ ਓਨ ਜਾਂ ਅਨ ਆਉਂਦਾ ਹੈ। ਇਹਨਾਂ ਨਿਯਮਾਂ ਨੂੰ ਸਿਰਫ ਸਮਝਣ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਪੁਲਿੰਗ ਤੇ ਇਸਤਰੀ ਲਿੰਗ ਸ਼ਬਦਾਂ ਨੇ ਲਗਾਂ ਤੇ ਅੱਖਰ ਵੰਡ ਲਏ। ਪੁਲਿੰਗ ਨੇ ਕਿਰਿਆ ਸ਼ਬਦ ਵਿੱਚ ਸਿਹਾਰੀ ਆਪਣੇ ਕੋਲ ਰੱਖ ਲਈ ਤੇ ਇਸਤਰੀ ਲਿੰਗ ਨੇ ਬਿਹਾਰੀ ਆਪਣੇ ਕੋਲ ਰੱਖ ਲਈ। ਪੁਲਿੰਗ ਕਿਰਿਆਵਾਂ ਦੀ ਪਛਾਣ ਹੈਗੀ ਹੈ ਸਿਹਾਰੀ, ਇਸਤਰੀ ਲਿੰਗ ਕਿਰਿਆਵਾਂ ਦੀ ਪਛਾਣ ਹੈਗੀ ਹੈ ਬਿਹਾਰੀ। ਆ ਧਿਆਨ ਰੱਖਣਾ। ਹੁਣ ਦੇਖੋ ਪੁਲਿੰਗ ਵਾਲੇ ਉੱਪਰ ਸ਼ਬਦ ਪੜੋ। ਉਪਾਇਓਨ, ਸਿਹਾਰੀ ਆ ਗਈ ਜੀ, ਉੱਪਰ ਉਪਾਇਓਨ, ਪਾਇਓਨ, ਰੱਖਿਓਨ, ਚੁਕਾਇਓਨ। ਇਹ ਸਿਹਾਰੀ ਵਾਲੇ ਜਿਹੜੇ ਨੇ ਇਹ ਸਾਰੇ ਪੁਲਿੰਗ ਨੇ। ਬਸ ਆ ਯਾਦ ਰੱਖਣਾ, ਗੁਰਬਾਣੀ ਚ ਜਿੱਥੇ ਵੀ ਭੂਤਕਾਲ ਅੰਨ੍ਹੇ ਪੁਰਖ ਦੀ ਏਦਾਂ ਦੇ ਜਦੋਂ ਆਣਗੇ, ਸਿਹਾਰੀ ਵਾਲੇ ਸਾਰੇ ਪੁਲਿੰਗ ਵਾਸਤੇ ਨੇ। ਇਸਤਰੀ ਲਿੰਗ ਸਿਹਾਰੀ ਨਹੀਂ ਲੈ ਸਕਦੀ, ਕਿਉਂਕਿ ਪੁਲਿੰਗ ਨੇ ਆਪਣੀ ਪ੍ਰੋਪਰਟੀ ਬਣਾ ਲਈ ਵੀ ਸਿਹਾਰੀ ਹੁਣ ਮੈਂ ਰੱਖਾਂਗਾ, ਸਿਹਾਰੀ ਹੋਰ ਮੈਂ ਕਿਸੇ ਨੂੰ ਨਹੀਂ ਦਿਆਂਗਾ। ਇਸਤਰੀ ਲਿੰਗ ਕਹਿਣ ਲੱਗੀ ਅੱਛਾ ਜੇ ਸਿਹਾਰੀ ਤੂੰ ਰੱਖੇਗਾ ਤੇ ਬਿਹਾਰੀ ਮੇਰੇ ਕੋਲ ਹੋਏਗੀ। ਉਪਾਇਨ, ਇੱਥੇ ਈੜੀ ਨੂੰ ਬਿਹਾਰੀ ਆ ਗਈ, ਦੇਖ ਲਓ। ਉਪਾਇਨ, ਪਾਇਨ, ਲਾਇਨ, ਸਾਜੀਅਨ। ਜਿੱਥੇ ਗੁਰਬਾਣੀ ਵਿੱਚ ਕਿਰਿਆ ਦੇ ਅਖੀਰ ਤੇ ਏਦਾਂ ਬਿਹਾਰੀ ਆ ਜਾਂਦੀ ਹੈ, ਅਨ ਤੇ ਉਨ ਵਾਲੇ ਸ਼ਬਦਾਂ ਚ ਕਹਿ ਰਿਹਾ ਮੈਂ, ਅਨ ਉਨ ਵਾਲੀਆਂ ਕਿਰਿਆਵਾਂ ਕਰ ਰਹੇ ਸੀ, ਉੱਥੇ ਬਿਹਾਰੀ ਆ ਜਾਏਗੀ। ਹੁਣ ਜਦੋਂ ਗੱਲ ਚੱਲੀ ਵੀ ਇੱਕ ਵਚਨ ਦੀ ਪਛਾਣ ਇਹ ਲਈ ਵੀ ਪੁਲਿੰਗ ਨੇ ਸਿਹਾਰੀ ਦੇ ਨਾਲ ਨਾਲ ਇੱਕ ਵਚਨ ਦੀ ਕਿਰਿਆ ਦੀ ਪਛਾਣ ਲਈ ਊੜਾ ਅੱਖਰ ਲੈ ਲਿਆ। ਦੇਖੋ ਉੱਪਰ ਊੜਾ ਲੱਗਿਆ ਨਾ ਪੁਲਿੰਗ ਚ, ਪਾਇਓਨ, ਉਪਾਇਓਨ, ਰੱਖਿਓਨ, ਚੁਕਾਇਓਨ, ਊੜਾ ਪੁਲਿੰਗ ਨੇ ਲੈ ਲਿਆ ਇੱਕ ਵਚਨ ਦਾ। ਇਸਤਰੀ ਲਿੰਗ ਕਹਿ ਲਗੀ ਚਲੋ ਠੀਕ ਹੈ, ਜੇ ਤੂੰ ਊੜਾ ਲਏਗਾ ਤੇ ਮੈਂ ਐੜਾ ਅੱਖਰ ਲੈ ਲਵਾਂਗੀ। ਉਪਾਇਨ, ਪਾਇਨ, ਲਾਇਨ, ਸਾਜੀਅਨ। ਠੀਕ ਹੈ ਜੀ। ਹੁਣ ਅੱਗੇ ਐੜਾ ਜਿਹੜਾ ਇਹ ਇਸਤਰੀ ਲਿੰਗ ਦਾ। ਹੁਣ ਆਪਾਂ ਗੁਰਬਾਣੀ ਵਿੱਚੋਂ ਉਦਾਹਰਨਾਂ ਦੇਖਦੇ ਹਾਂ। ਇਹ ਜਗ ਆਪ ਉਪਾਇਓਨ ਕਰ ਚੋਜ ਵਿਡਾਣ। ਇੱਥੇ ਧਿਆਨ ਰੱਖਣਾ ਮੈਂ, ਜਿਹੜਾ ਆਬਜੈਕਟ ਹੈਗਾ ਵੈ ਅਸੀਂ ਉਹਦੇ ਉੱਪਰ ਟਾਰਗੇਟ ਕਰਨਾ ਹੈ। ਇੱਥੇ ਜਗ ਜਿਹੜਾ ਨਾ, ਜਗ ਜਗਤ, ਉਹਦੀ ਜਗ ਪੈਦਾ ਕਰਨਾ ਹੈ। ਕਿਰਿਆ ਦਾ ਸੰਬੰਧ ਜਿਸ ਅੱਖਰ ਦੇ ਨਾਲ ਹੈ ਨਾ, ਅਸੀਂ ਉਹ ਅੱਖਰ ਲੈਣਾ। ਜਗ, ਜਗ ਮੈਨੇ ਜਗਤ। ਸੰਸਾਰ ਜਗਤ ਹੁੰਦਾ ਕਿ ਹੁੰਦੀ? ਸੰਸਾਰ ਹੁੰਦਾ। ਮੇਰਾ ਸੰਸਾਰ ਕਿ ਮੇਰੀ ਸੰਸਾਰ? ਮੇਰਾ ਸੰਸਾਰ। ਚੰਗਾ ਜਗ ਕਿ ਚੰਗੀ ਜਗ? ਚੰਗਾ ਜਗ। ਇਹਦਾ ਮਤਲਬ ਜਗ, ਜਗ ਉਪਾਇਓਨ। ਹੁਣ ਜਗ ਪੁਲਿੰਗ ਹੈ ਤੇ ਉਪਾਏ ਦੇ ਈੜੀ ਨੂੰ ਸਿਹਾਰੀ ਆ ਗਈ। ਜਗ ਇੱਕ ਹੈ ਕਿਉਂਕਿ ਗੱਗੇ ਨੂੰ ਔਕੜ ਲੱਗੀ ਹੈ ਤੇ ਅੱਗੇ ਊੜਾ ਲੱਗ ਗਿਆ, ਉਪਾਇਓਨ। ਇਹ ਜਗ ਆਪ ਉਪਾਇਓਨ ਕਰ ਚੋਜ ਵਿਡਾਣ। ਹੁਣ ਇੱਥੇ ਇਹ ਜਗ ਆਪ ਉਪਾਇਓਨ ਕਰ ਚੋਜ ਵਿਡਾਣ। ਹੈਰਾਨੀਜਨਕ ਕੌਤਕ ਕਰਕੇ ਪ੍ਰਭੂ ਨੇ ਇਹ ਜਗਤ ਆਪ ਪੈਦਾ ਕੀਤਾ। ਹੁਣ ਜਗਤ ਪੈਦਾ ਕੀਤਾ ਦੀ ਗੱਲ ਹੈ, ਜਗਤ ਉਪਾਇਓਨ ਹੈ। ਜਗਤ ਪੈਦਾ ਕੀਤਾ, ਜਗ ਪੁਲਿੰਗ ਹੈਗਾ ਵੈ ਤੇ ਜਗ ਪੁਲਿੰਗ ਦੀ ਕਿਰਿਆ ਜਿਹੜੀ ਉਪਾਇਓਨ ਸਿਹਾਰੀ ਨਾਲ ਆਏਗੀ। ਜਗ ਇੱਕ ਹੈਗਾ, ਇਸ ਕਰਕੇ ਅੱਗੇ ਊੜਾ ਲੱਗ ਜਾਏਗਾ। ਇਹ ਜਗ ਆਪ ਉਪਾਇਓਨ ਕਰ ਚੋਜ ਵਿਡਾਣ। ਪ੍ਰਭੂ ਨੇ ਆਪ ਇਸ ਜਗਤ ਨੂੰ ਪੈਦਾ ਕੀਤਾ। ਅਦਭੁਤ ਹੈਰਾਨੀਜਨਕ ਕੌਤਕ ਕਰਨ ਵਾਲੇ ਪ੍ਰਭੂ ਨੇ।
ਠੀਕ ਹੈ ਜੀ। ਹਾਂਜੀ, ਹੁਣ ਨਾਲ ਇੱਕ ਹੋਰ ਦੇਖੋ, ਆਪਣਾ ਭਉ ਤਿਨ ਪਾਇਓਨ। ਭਉ ਡਰ ਹੁੰਦਾ ਕਿ ਹੁੰਦੀ? ਹੁੰਦਾ। ਡਰ ਪੁਲਿੰਗ ਹੈਗਾ ਇਹਦੇ ਚ। ਹੁਣ ਇਹਦੀ ਕਿਰਿਆ ਆਏਗੀ ਸਿਹਾਰੀ ਦੇ ਨਾਲ, ਪਾਇਓਨ, ਈੜੀ ਨੂੰ ਲੱਗ ਗਈ ਸਿਹਾਰੀ। ਆਪਣਾ ਡਰ ਤਿਨ ਪਾਇਓਨ, ਜਿਨ ਗੁਰ ਕਾ ਸ਼ਬਦ ਵਿਚਾਰ। ਹਾਂਜੀ, ਹੁਣ ਭਉ ਕਿਉਂਕਿ ਪੁਲਿੰਗ ਹੈਗਾ, ਭਉ ਪਾਇਆ, ਡਰ ਪਾਇਆ। ਆਪਣਾ ਭਉ ਤਿਨ ਪਾਇਓਨ, ਉਹਨਾਂ ਦੀ ਹਿਰਦੇ ਦੇ ਵਿੱਚ ਆਪਣਾ ਡਰ ਪਾ ਦਿੱਤਾ, ਜਿਨ ਗੁਰ ਕਾ ਸ਼ਬਦ ਵਿਚਾਰ, ਜਿਨ੍ਹਾਂ ਦੇ ਗੁਰੂ ਦੇ ਸ਼ਬਦ ਨੂੰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਕੇ ਰੱਖਿਆ ਹੈ। ਇਹ ਤੇ ਸੀ ਪੁਲਿੰਗ ਇੱਕ ਵਚਨ। ਸਿਹਾਰੀ ਨਿਸ਼ਾਨੀ ਹੈਗੀ ਹੈ ਪੁਲਿੰਗ ਦੀ, ਠੀਕ ਹੈ ਜੀ। ਤੇ ਊੜਾ ਨਿਸ਼ਾਨੀ ਹੈਗੀ ਹੈ ਇੱਕ ਵਚਨ ਦੀ, ਉਪਾਇਓਨ, ਪਾਇਓਨ, ਰੱਖਿਓਨ। ਸਿਹਾਰੀ ਵੀ ਇੱਥੇ, ਊੜਾ ਵੀ ਹੈਗਾ। ਇਸਤਰੀ ਲਿੰਗ ਦੀ ਨਿਸ਼ਾਨੀ ਹੈਗੀ ਬਿਹਾਰੀ, ਉਪਾਇਨ, ਪਾਇਨ, ਲਾਇਨ, ਸਾਜਨ। ਤੇ ਉਹਦੀ ਇੱਕ ਵਚਨ ਦੀ ਨਿਸ਼ਾਨੀ ਹੈਗੀ ਹੈ ਐੜਾ। ਜਿਵੇਂ ਆਖਰੀ ਚ ਤੁਕ ਪੜੋ ਇਸਤਰੀ ਲਿੰਗ ਦੀ। ਹਾਂਜੀ, ਪਹਿਲਾਂ ਆਪਾਂ ਪੁਲਿੰਗ ਦੀ ਕਰ ਲਈ। ਘਟ ਅੰਤਰ ਅੰਮ੍ਰਿਤ ਰੱਖਿਓਨ, ਗੁਰਮੁਖ ਕਿਸੇ ਪਿਆਈ। ਘਟ ਅੰਤਰ ਅੰਮ੍ਰਿਤ, ਅੰਮ੍ਰਿਤ ਜਿਹੜਾ ਅੰਮ੍ਰਿਤ ਤੱਤੇ ਨੂੰ ਔਂਕੜ ਆ ਗਈ, ਇਹਦਾ ਮਤਲਬ ਅੰਮ੍ਰਿਤ ਪੁਲਿੰਗ ਹੈਗਾ। ਰੱਖਿਓਨ, ਅੰਮ੍ਰਿਤ ਰੱਖਿਆ। ਹੁਣ ਅੰਮ੍ਰਿਤ ਪੁਲਿੰਗ ਹੋਣ ਕਰਕੇ ਰੱਖਿਓਨ ਆ ਗਿਆ ਸਿਹਾਰੀ ਨਾਲ। ਅੰਮ੍ਰਿਤ ਇੱਕ ਹੈਗਾ, ਇਸ ਕਰਕੇ ਅੱਗੇ ਲੱਗ ਗਿਆ ਊੜਾ। ਇੱਕ ਵਚਨ ਦੇ ਲਈ ਊੜਾ ਹੈਗਾ ਵੇ ਪੁਲਿੰਗ ਦਾ, ਤੇ ਪੁਲਿੰਗ ਦਾ ਬਹੁਵਚਨ ਦੇ ਲਈ ਐੜਾ ਹੈਗਾ ਵੇ। ਘਟ ਅੰਤਰ ਅੰਮ੍ਰਿਤ, ਅੰਮ੍ਰਿਤ ਰੱਖਿਓਨ, ਗੁਰਮੁਖ ਕਿਸੇ ਪਿਆਈ। ਘਟ ਮਨੇ ਹਿਰਦੇ ਵਿੱਚ। ਹਾਂਜੀ, ਹਿਰਦੇ ਦੇ ਵਿੱਚ ਭਾਵ ਅੰਮ੍ਰਿਤ ਉਸਨੇ ਹਰੇਕ ਦੇ ਹਿਰਦੇ ਵਿੱਚ ਰੱਖਿਆ ਹੋਇਆ ਹੈ, ਪਰ ਕਿਸੇ ਵਿਰਲੇ, ਜਿਸ ਕਿਸੇ ਨੂੰ ਮਿਲਾਂਦਾ ਹੈ ਗੁਰੂ ਦੇ ਰਾਹੀਂ ਉਹ ਮਿਲਾਂਦਾ ਹੈ, ਤੇ ਭਾਵ ਕਿਸੇ ਵਿਰਲੇ ਨੂੰ ਗੁਰੂ ਦੇ ਰਾਹੀਂ ਉਹ ਪਿਆ ਦਿੰਦਾ ਹੈ। ਹੁਣ ਇਹਦੇ ਅਰਥ ਦੇਖਣੇ ਨੇ ਆਪਾਂ। ਅਰਥ ਬਣਨਗੇ ਭੂਤਕਾਲ ਅੰਨ੍ਹੇ ਪੁਰਖ ਦੇ। ਇਸ ਤਰ੍ਹਾਂ ਕੀਤਾ ਸੀ, ਭੂਤਕਾਲ ਪਾਸਟ ਟੈਂਸ। ਕਿਹਨੇ ਕੀਤਾ ਸੀ? ਅੰਨ੍ਹੇ ਪੁਰਖ, ਉਸ ਨੇ। ਹੁਣ ਅਰਥ ਦੇਖੋ, ਉਸ ਨੇ ਜਗਤ ਉਪਾਇਆ, ਉਸਨੇ ਜਗਤ ਪੈਦਾ ਕੀਤਾ। ਇਹ ਜਗ ਆਪ ਉਪਾਇਓਨ, ਉਸਨੇ ਜਗਤ ਪੈਦਾ ਕੀਤਾ। ਆਪਣਾ ਭਉ ਤਿਨ ਪਾਇਓਨ, ਉਸਨੇ ਡਰ ਪਾਇਆ। ਘਟ ਅੰਤਰ ਅੰਮ੍ਰਿਤ ਰੱਖਿਓਨ, ਉਸਨੇ ਅੰਮ੍ਰਿਤ ਰੱਖਿਆ। ਥਰਡ ਪਰਸਨ ਤੇ ਪਾਸਟ ਟੈਂਸ, ਠੀਕ ਹੈ ਜੀ। ਹੁਣ ਆਪਾਂ ਆ ਗਏ ਜੀ ਇਸਤਰੀ ਲਿੰਗ ਇੱਕ ਵਚਨ ਵਾਲੇ ਪਾਸੇ। ਅਗਲੀ ਦੀ ਜਿਹੜੀ ਸਲਾਈਡ ਉਹ ਖੋਲੋ ਹੁਣ, ਦੀ ਸਲਾਈਡ। ਇਹਦੇ ਵਿੱਚ ਕੀ ਹੈਗਾ ਜੀ? ਇਸਤਰੀ ਲਿੰਗ ਨੇ ਕਿਹਾ ਵੀ ਬਿਹਾਰੀ ਮੇਰੀ ਹੈਗੀ ਹੈ, ਠੀਕ ਹੈ ਜੀ, ਬਿਹਾਰੀ ਮੇਰੀ ਹੈ। ਕਿ ਪੁਲਿੰਗ ਨੇ ਊੜਾ ਰੱਖਿਆ ਸੀ ਇੱਕ ਵਚਨ ਦੇ ਲਈ, ਮੈਂ ਐੜਾ ਰੱਖ ਲਿਆ। ਆਪੇ ਸ੍ਰਿਸ਼ਟ ਉਪਾਇਨ, ਆਪੇ ਫੁਨਗੋਈ। ਹੁਣ ਇੱਥੇ ਸ੍ਰਿਸ਼ਟੀ ਜਿਹੜੀ ਹੈਗੀ ਆ ਇਸਤਰੀ ਲਿੰਗ ਸ਼ਬਦ ਹੈ। ਸ੍ਰਿਸ਼ਟੀ ਉਪਾਈ ਮੈਨੇ ਪੈਦਾ ਕੀਤੀ, ਸ੍ਰਿਸ਼ਟੀ ਉਪਾਈ। ਹੁਣ ਸ੍ਰਿਸ਼ਟੀ ਦੀ ਨਾਲ ਜਿਹੜੀ ਕਿਰਿਆ ਲੱਗੇਗੀ, ਸ੍ਰਿਸ਼ਟੀ ਇਸਤਰੀ ਲਿੰਗ ਹੋਣ ਕਰਕੇ ਉਹਦੀ ਕਿਰਿਆ ਆ ਜਾਏਗੀ ਬਿਹਾਰੀ ਦੇ ਨਾਲ, ਉਪਾਇਨ। ਇੱਕ ਵਚਨ ਵਾਸਤੇ ਪੁਲਿੰਗ ਨੇ ਊੜਾ ਲਿਆ ਸੀ, ਇਸਤਰੀ ਲਿੰਗ ਨੇ ਇੱਕ ਵਚਨ ਵਾਸਤੇ ਐੜਾ ਲੈ ਲਿਆ। ਉਸਨੇ ਸ੍ਰਿਸ਼ਟੀ ਉਪਾਈ, ਆਪੇ ਸ੍ਰਿਸ਼ਟ ਉਪਾਇਨ, ਆਪੇ ਫੁਨਗੋਈ। ਹਾਂਜੀ, ਹੁਣ ਇਹਦਾ ਅਰਥ ਹੈਗਾ ਵੇ ਜੀ, ਉਸਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ਼ ਕਰਦਾ ਹੈ। ਹਾਂਜੀ, ਇਸੇ ਤਰ੍ਹਾਂ ਹੀ ਵਾਹ ਵਾਹ ਸਿਰਜਣਹਾਰ ਪਾਈਨ ਠਾਂਡ ਆਪ। ਹੁਣ ਠੰਡ ਇਸਤਰੀ ਲਿੰਗ ਸ਼ਬਦ ਹੈ, ਠੰਡ ਪਾਈ, ਤੇ ਜਦੋਂ ਪਾਈ ਆਏਗਾ ਤੇ ਉੱਥੇ ਬਿਹਾਰੀ ਨਾਲ ਆ ਜਾਏਗਾ, ਕਿਉਂਕਿ ਇਸਤਰੀ ਲਿੰਗ ਦੀ ਕਿਰਿਆ ਦੀ ਨਿਸ਼ਾਨੀ ਹੈਗੀ ਹੈ ਬਿਹਾਰੀ, ਤੇ ਠੰਡ ਕਿਉਂਕਿ ਇੱਕ ਹੈਗੀ ਹੈ, ਇਸ ਕਰਕੇ ਅੱਗੇ ਲੱਗ ਗਿਆ ਐੜਾ। ਵਾਹ ਵਾਹ ਸਿਰਜਣਹਾਰ
ਪਾਈਨ ਠਾਂਡ ਆਪ, ਭਾਵ ਉਸ ਕਰਤਾਰ ਨੂੰ ਧੰਨ ਧੰਨ ਆਖ ਜਿਨੇ ਤੇਰੇ ਅੰਦਰ ਆਪ ਠੰਡ ਪਾਈ ਹੈ, ਜਿਨੇ ਤੇਰੇ ਅੰਦਰ ਸ਼ਾਂਤੀ ਠੰਡ ਪਾਈ ਹੈ, ਉਹਨੂੰ ਤੂੰ ਵਾਹ ਵਾਹ ਕਰ। ਹੁਣ ਆ ਤਾਂ ਸੀ ਜੀ ਇੱਕ ਵਚਨ। ਭੂਤਕਾਲ ਅੰਨ੍ਹੇ ਪੁਰਖ ਦੀਆਂ ਕਿਰਿਆਵਾਂ ਦੇ ਨਾਲ, ਪੁਲਿੰਗ ਦੇ ਨਾਲ ਹਮੇਸ਼ਾ ਕਿਰਿਆ ਨਾਲ ਸਿਆਰੀ ਆਉਂਦੀ ਹੈ, ਇਸਤਰੀ ਲਿੰਗ ਨਾਲ ਹਮੇਸ਼ਾ ਬਿਹਾਰੀ ਆਉਂਦੀ ਹੈ। ਇਹ ਨਿਯਮ ਕਦੀ ਚੇਂਜ ਨਹੀਂ ਹੁੰਦਾ। ਪੁਲਿੰਗ ਇੱਕ ਵਚਨ ਨਾਲ ਊੜਾ ਆਉਂਦਾ ਹੈ, ਪੁਲਿੰਗ ਇਸਤਰੀ ਲਿੰਗ ਇੱਕ ਵਚਨ ਨਾਲ ਐੜਾ ਆਉਂਦਾ ਹੈ। ਫਿਰ ਇਹਨਾਂ ਨੇ ਸੋਚਿਆ ਤੇ ਸੀ ਇੱਕ ਵਚਨ ਦੀ ਗੱਲ, ਜੇ ਬਹੁਵਚਨ ਆਵੇ ਫਿਰ ਕੀ ਕਰੀਏ? ਪੁਲਿੰਗ ਕਹਿਣ ਲੱਗਾ ਵੀ ਆਪਾਂ ਨਿਸ਼ਾਨੀਆਂ ਵਟਾ ਲੈਂਦੇ ਆ। ਮੈਂ ਬਹੁਵਚਨ ਜਦੋਂ ਆਏਗਾ ਤੇ ਮੇਰਾ ਬੰਦਾ ਐੜਾ ਲੈ ਕੇ ਆਏਗਾ, ਉਦੋਂ ਤੇਰਾ ਜਥਾ ਜਿਹੜਾ ਉਹ ਊੜਾ ਲੈ ਕੇ ਆ ਜਾਏਗਾ। ਮੇਰਾ ਜਥਾ ਐੜਾ ਲੈ ਕੇ ਆ ਜਾਏਗਾ, ਤੇਰਾ ਜਥਾ ਊੜਾ ਲੈ ਕੇ ਆ ਜਾਏਗਾ। ਹੁਣ ਬਹੁਵਚਨ ਦੀ ਪਛਾਣ ਰੱਖਣ ਵਾਸਤੇ ਪੁਲਿੰਗ ਤੇ ਇਸਤਰੀ ਲਿੰਗ ਨੇ ਅੱਖਰ ਬਦਲ ਲਏ। ਪੁਲਿੰਗ ਨੇ ਐੜਾ ਲੈ ਲਿਆ ਤੇ ਇਸਤਰੀ ਲਿੰਗ ਨੇ ਊੜਾ ਲੈ ਲਿਆ। ਪੁਲਿੰਗ ਬਹੁਵਚਨ ਕਿਵੇਂ ਬਣੇਗਾ? ਰੱਖਿਆਨ, ਬਖਸ਼ਿਆਨ। ਅਸੀਂ ਟਾਈਪ ਵੀ ਕੀਤਾ ਸੀ ਉਦੋਂ, ਰੱਖਿਆਨ, ਬਖਸ਼ਿਆਨ। ਤੇ ਇਸਤਰੀ ਲਿੰਗ ਦਾ ਆ ਜਾਏਗਾ ਬਹਾਲੀਓਨ। ਬਿਹਾਰੀ ਤੇ ਆਉਣੀ ਸੀ, ਅੱਗੇ ਨਾਲ ਊੜਾ ਆ ਗਿਆ। ਦੇਖੋ ਜੀ, ਹੁਣ ਪੁਲਿੰਗ ਆ ਗਿਆ ਜੀ ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ। ਹੁਣ ਇੱਥੇ ਬਾਲਕ ਜਿਹੜੇ ਨੇ ਜ਼ਿਆਦਾ ਨੇ, ਬਹੁਵਚਨ ਆ ਗਿਆ ਤੇ ਬਾਲਕ ਪੁਲਿੰਗ ਹੁੰਦੇ ਨੇ, ਬੱਚਾ ਹੁੰਦਾ ਵੈ, ਹੈਨਾ। ਹੁਣ ਪੁਲਿੰਗ ਦਾ ਬਹੁਵਚਨ ਬਾਲਕ ਬਹੁਤੇ ਆ ਗਏ। ਜਦੋਂ ਬਾਲਕ ਬਹੁਤੇ ਆ ਗਏ, ਪੁਲਿੰਗ ਕਰਕੇ ਸਿਹਾਰੀ ਤਾਂ ਲੱਗਣੀ ਸੀ, ਪਰ ਹੁਣ ਊੜੇ ਦੀ ਥਾਂ ਤੇ ਲੱਗ ਗਿਆ ਐੜਾ। ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ। ਇਹ ਭਾਈ ਪ੍ਰਭੂ ਸਭ ਤੋਂ ਵੱਡਾ ਦੇਵ ਹੈ। ਅਸੀਂ ਜੀਵ ਦੇ ਬੱਚੇ ਹਾਂ, ਆਪਣੇ ਬੱਚਿਆਂ ਦੀ ਉਹ ਸਦਾ ਹੀ ਰੱਖਿਆ ਕਰਦਾ ਹੈ। ਉਹਨੇ ਆਪਣੇ ਬੱਚੇ ਰੱਖੇ, ਉਸਨੇ ਬਾਲਕ ਰੱਖੇ। ਇਸ ਤਰ੍ਹਾਂ ਇਹਦਾ ਅਰਥ ਬਣ ਜਾਏਗਾ। ਬਾਲਕ ਬਹੁਤੇ ਨੇ ਔਰ ਪੁਲਿੰਗ ਰੂਪ ਚ ਨੇ, ਇਸ ਕਰਕੇ ਪੁਲਿੰਗ ਵਾਸਤੇ ਆ ਗਈ ਸਿਹਾਰੀ, ਬਹੁਵਚਨ ਵਾਸਤੇ ਆ ਗਿਆ ਐੜਾ। ਦੋਖ ਹਮਾਰੇ ਬਖਸ਼ਿਅਨ, ਆਪਣੀ ਕਲ ਧਾਰੀ। ਇੱਥੇ ਦੋਸ਼ ਬਹੁਤੇ ਨੇ ਤੇ ਦੋਸ਼ ਹੁੰਦਾ ਵੈ, ਦੋਸ਼ ਹੁੰਦੀ ਨਹੀਂ। ਦੋਸ਼ ਹੈ ਪੁਲਿੰਗ ਤੇ ਬਖਸ਼ਿਅਨ, ਉਹਦੀ ਕਿਰਿਆ ਸਿਹਾਰੀ ਨਾਲ ਆ ਜਾਏਗੀ ਕਿਉਂਕਿ ਪੁਲਿੰਗ ਹੈਗਾ। ਦੋਸ਼ ਜ਼ਿਆਦਾ ਹੋਣ ਕਰਕੇ ਇੱਥੇ ਊੜੇ ਦੀ ਥਾਂ ਤੇ ਲੱਗ ਗਿਆ ਐੜਾ। ਪੁਲਿੰਗ ਦਾ ਬਹੁਵਚਨ ਐੜੇ ਨਾਲ ਬਣਦਾ ਵੈ। ਦੋਖ ਹਮਾਰੇ ਬਖਸ਼ਿਅਨ, ਆਪਣੀ ਕਲ ਧਾਰੀ। ਇਸ ਤੁਕ ਵਿੱਚ ਦੋਖ ਪੁਲਿੰਗ ਬਹੁਵਚਨ ਹੈ ਤੇ ਇਸ ਦੀ ਕਿਰਿਆ ਵੀ ਪੁਲਿੰਗ ਰੂਪ ਚ ਆਏਗੀ ਸਿਹਾਰੀ ਨਾਲ, ਤੇ ਬਹੁਵਚਨ ਲਈ ਆਏਗਾ ਐੜਾ। ਹਾਂਜੀ, ਹੁਣ ਆ ਗਿਆ ਜੀ ਇਸਤਰੀ ਲਿੰਗ ਬਹੁਵਚਨ। ਸਭੇ ਗੱਲਾਂ ਆਪ ਥਾਟ ਬਹਾਲੀਓਨ। ਸਭੇ ਗੱਲਾਂ ਆਪ ਥਾਟ ਬਹਾਲੀਓਨ। ਥਾਟ ਕਹਿੰਦੇ ਨੇ ਜੁਗਤ ਨੂੰ, ਵਿਉਂਤ, ਵਿਉਂਤ ਕਾਇਮ ਕਰਨੀ। ਹੁਣ ਸਾਰੇ ਜਗਤ ਦੀਆਂ ਉਸਨੇ ਵਿਉਂਤਾਂ ਬਣਾਈਆਂ। ਵਿਉਂਤ ਇਸਤਰੀ ਲਿੰਗ ਹੈ, ਥਾਟ ਬਹਾਲੀਓਨ। ਉਹਨੇ ਥਾਟ ਵਿਉਂਤਾਂ ਬਣਾਈਆਂ ਤੇ ਇਸ ਕਰਕੇ ਬਹਾਲੀਓਨ ਬਿਹਾਰੀ ਨਾਲ ਆਏਗਾ, ਅੱਗੇ ਊੜਾ ਆ ਜਾਏਗਾ ਕਿਉਂਕਿ ਵਿਉਂਤਾਂ ਬਹੁਵਚਨ ਨੇ। ਵਿਉਂਤ ਥਾਟ ਇਸਤਰੀ ਲਿੰਗ ਹੋਣ ਕਰਕੇ ਬਿਹਾਰੀ ਆ ਜਾਏਗੀ, ਥਾਟ ਬਹੁਤੇ ਹੋਣ ਕਰਕੇ, ਵਿਉਂਤਾਂ ਬਹੁਤੀਆਂ ਹੋਣ ਕਰਕੇ ਅੱਗੇ ਊੜਾ ਆ ਜਾਏਗਾ। ਸਭੇ ਗੱਲਾਂ ਆਪ ਥਾਟ ਬਹਾਲੀਓਨ। ਇਹ ਐਕਚੁਅਲੀ ਜਿਹੜਾ ਨਾ 4 ਦਿਨ ਦਾ ਇਹ ਸਬਜੈਕਟ ਹੈਗਾ, 4 ਰੂਲਸ ਨੇ ਜਿਹੜੇ ਅਸੀਂ ਇੱਕ ਦਿਨ ਦੇ ਵਿੱਚ ਕਰ ਰਹੇ ਹੈਗੇ ਆ। ਹਾਂਜੀ, ਹੁਣ ਅਸੀਂ ਇਹਦੇ ਨਾਲ ਨਾ ਗ੍ਰਾਫ ਦੇਖ ਲੈਂਦੇ ਹਾਂ ਤਾਂ ਕਿ ਸਾਨੂੰ ਸਮਝਣਾ ਈਜ਼ੀ ਹੋ ਜਾਏ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਗ੍ਰਾਫ ਸਾਹਮਣੇ ਲੈ ਆਣ ਤਾਂ ਕਿ ਅਸੀਂ ਨੂੰ ਆਸਾਨੀ ਨਾਲ ਸਮਝ ਸਕੀਏ। ਹਾਂਜੀ, ਆ ਮੈਂ ਗ੍ਰਾਫ ਬਣਾਇਆ, ਇਹਦਾ ਸਕਰੀਨਸ਼ਾਟ ਲੈ ਲਓ। ਇਹਦੇ ਨਾਲ ਸਮਝਣਾ ਬਹੁਤ ਸੌਖਾ ਹੋ ਜਾਏਗਾ। ਇੱਕ ਪਾਸੇ ਪੁਲਿੰਗ ਹੈ, ਦੂਜੇ ਪਾਸੇ ਇਸਤਰੀ ਲਿੰਗ ਹੈ। ਪੁਲਿੰਗ ਦੇ ਵਿੱਚ ਕੀ ਹੈਗਾ ਵੈ? ਇੱਕ ਵਚਨ ਦੇ ਲਈ ਸਿਹਾਰੀ, ਊੜਾ ਤੇ ਨੰਨਾ।
ਤੇ ਇਸਤਰੀ ਲਿੰਗ ਦੇ ਵਿੱਚ ਹੈਗਾ ਬਿਹਾਰੀ, ਐੜਾ ਤੇ ਨੰਨਾ ਇੱਕ ਵਚਨ ਲਈ। ਇਹ ਜਗ ਆਪ ਉਪਾਇਓਨ, ਉਸਨੇ ਜਗਤ ਉਪਾਇਆ, ਅਰਥ ਇਹ ਬਣ ਗਿਆ। ਆਪੇ ਸ੍ਰਿਸ਼ਟ ਉਪਾਇਨ, ਉਸਨੇ ਸ੍ਰਿਸ਼ਟੀ ਉਪਾਈ। ਸ੍ਰਿਸ਼ਟੀ ਸਤਰੀਲਿੰਗ ਵੀ ਆ ਗਿਆ, ਇੱਕ ਵਚਨ ਵੀ ਆ ਗਿਆ, ਬਿਹਾਰੀ ਤੇ ਐੜਾ ਲੱਗ ਗਿਆ। ਸਿਹਾਰੀ ਪਲਸ ਊੜਾ ਪਲਸ ਨੰਨੇ ਨੂੰ ਔਂਕੜ ਬਣ ਗਿਆ ਲਿੰਗ ਇੱਕ ਵਚਨ, ਬਿਹਾਰੀ ਪਲਸ ਐੜਾ ਪਲਸ ਨੰਨੇ ਨੂੰ ਔਂਕੜ ਬਣ ਗਿਆ ਇਸਤਰੀ ਲਿੰਗ ਇੱਕ ਵਚਨ। ਇਹ ਉੱਪਰਲੀਆਂ ਇੱਕ ਵਚਨ ਵਾਸਤੇ ਨੇ, ਥੱਲੇ ਵਾਲੀਆਂ ਬਹੁਵਚਨ ਵਾਸਤੇ ਨੇ। ਬਹੁਵਚਨ ਬਣਾਉਣ ਵਾਸਤੇ ਸਿਹਾਰੀ ਪਲਸ ਐੜਾ ਨੰਨੇ ਨੂੰ ਔਂਕੜ। ਪੁਲਿੰਗ ਦੀ ਨਿਸ਼ਾਨੀ ਹਮੇਸ਼ਾ ਸਿਹਾਰੀ ਰਹੇਗੀ। ਉਪਾਇਨ, ਰੱਖਿਅਨ, ਜਾਇਨ, ਖਾਇਨ, ਸਿਹਾਰੀ ਰਹੇਗੀ। ਪਰ ਊੜਾ ਤੇ ਐੜਾ ਚੇਂਜ ਹੋਏਗਾ। ਊੜਾ ਆਏਗਾ ਤੇ ਇੱਕ ਵਚਨ ਦੀ ਗੱਲ ਹੈ, ਐੜਾ ਆਏਗਾ ਤੇ ਬਹੁਵਚਨ ਦੀ ਗੱਲ ਹੈ। ਆਪਣੇ ਬਾਲਕ ਆਪ ਰੱਖਿਅਨ, ਉਸਨੇ ਬਾਲਕ ਰੱਖੇ। ਇਸਤਰੀ ਲਿੰਗ ਦੇ ਵਿੱਚ ਹਮੇਸ਼ਾ ਅਨਯ ਪੁਰਖ ਭੂਤਕਾਲ ਦੀ ਕਿਰਿਆ ਨਾਲ ਬਿਹਾਰੀ ਹੀ ਆਏਗੀ, ਭਾਵੇਂ ਉਹ ਇੱਕ ਵਚਨ ਹੈ ਭਾਵੇਂ ਬਹੁਵਚਨ, ਬਿਹਾਰੀ ਤੇ ਆਉਣੀ ਹੈ। ਪਰ ਇਸਤਰੀ ਲਿੰਗ ਦੇ ਇੱਕ ਵਚਨ ਵਾਸਤੇ ਐੜਾ ਆਉਂਦਾ ਵੈ ਤੇ ਬਹੁਵਚਨ ਵਾਸਤੇ ਊੜਾ ਆ ਜਾਂਦਾ ਵੈ। ਆਪੇ ਸ੍ਰਿਸ਼ਟ ਉਪਾਇਨ, ਆਪੇ ਫਨਗੋਈ, ਉਸਨੇ ਸ੍ਰਿਸ਼ਟੀ ਉਪਾਈ। ਸਭੇ ਗੱਲਾਂ ਆਪ ਠਾਟ ਬਹਾਲਿਓਨ, ਉਸਨੇ ਵਿਉਂਤਾਂ ਬਣਾਈਆਂ। ਵਿਉਂਤ ਹੁੰਦੀ ਹੈ ਇਸਤਰੀ ਲਿੰਗ, ਵਿਉਂਤਾਂ ਬਹੁਤੀਆਂ ਨੇ, ਬਿਹਾਰੀ ਤੇ ਆਣੀ ਸੀਗੀ, ਬਹੁਵਚਨ ਵਾਸਤੇ ਊੜਾ ਆ ਗਿਆ। ਸਭੇ ਗੱਲਾਂ ਆਪ ਠਾਟ ਬਹਾਲਿਓਨ। ਇੱਕੋ ਚੈਪਟਰ ਦੇ ਵਿੱਚ ਅਸੀਂ 4 ਨਿਯਮ ਇਕੱਠੇ ਕਰ ਰਹੇ ਹਾਂ, ਅਨ ਤੇ ਉਨ ਵਾਲੇ। ਅਨ ਤੇ ਓਨ, ਜਦੋਂ ਵੀ ਕਿਰਿਆ ਦੇ ਪਿੱਛੇ ਓਨ ਆ ਗਿਆ, ਅਨ ਆ ਗਿਆ, ਇਹ ਸੋਚਿਓ ਵੀ ਕਿ ਇਹ ਅਨ ਤੇ ਓਨ ਕਿਹਦੇ ਵਾਸਤੇ ਆਇਆ ਵੈ। ਜੇ ਤੇ ਸਿਹਾਰੀ ਲੱਗੀ ਹੈ ਤੇ ਪੁਲਿੰਗ ਵਾਸਤੇ ਆਇਆ ਵੈ, ਜੇ ਬਿਹਾਰੀ ਲੱਗੀ ਹੈ ਤੇ ਇਸਤਰੀ ਲਿੰਗ ਵਾਸਤੇ ਆਇਆ ਵੈ। ਇਦਾਂ ਦੇ ਬਹੁਤ ਸਾਰੇ ਸ਼ਬਦ ਆਉਂਦੇ ਨੇ, ਘਟ ਅੰਤਰ ਅੰਮ੍ਰਿਤ ਰੱਖਿਓਨ, ਜਾਂ ਗੁਰਮੁਖ ਝਗੜ ਚੁਕਾਇਓਨ। ਝਗੜਾ ਹੁੰਦਾ ਵੈ ਤੇ ਇੱਕ ਝਗੜਾ, ਇਸ ਕਰਕੇ ਚੁਕਾਏ ਈੜੀ ਨੂੰ ਸਿਹਾਰੀ ਲੱਗ ਜੂਗੀ, ਉਹ ਤੇ ਇੱਕ ਹੋਣ ਕਰਕੇ ਅੱਗੇ ਲੱਗ ਜਾਏਗਾ ਊੜਾ, ਚੁਕਾਇਓਨ। ਗੁਰਮੁਖ ਝਗੜ ਚੁਕਾਇਓਨ। ਹੁਕਮੇ ਧਰਤੀ ਸਾਜ, ਕੀ ਬਣੇਗਾ? ਧਰਤੀ ਹੈਗਾ ਇਸਤਰੀ ਲਿੰਗ, ਇਹਦਾ ਮਤਲਬ ਸਾਜ ਦੇ ਜੱਜੇ ਨੂੰ ਬਿਹਾਰੀ ਆ ਜਾਏਗੀ, ਸਾਜੀ। ਤੇ ਧਰਤੀ ਹੈਗੀ ਇੱਕ, ਅੱਗੇ ਲੱਗ ਜਾਊਗਾ ਐੜਾ। ਹੁਕਮੇ ਧਰਤੀ ਸਾਜੀਅਨ। 14 ਰਤਨ ਨਿਕਾਲ, ਹੁਣ 14 ਰਤਨ ਜ਼ਿਆਦਾ ਨੇ, ਰਤਨ ਹੁੰਦੇ ਨੇ ਪੁਲਿੰਗ, ਨਿਕਾਲੇ ਲੱਲੇ ਨੂੰ ਸਿਹਾਰੀ ਲੱਗ ਜਾਏਗੀ ਤੇ ਜ਼ਿਆਦਾ ਹੋਣ ਕਰਕੇ ਅੱਗੇ ਆ ਗਿਆ ਐੜਾ। 14 ਰਤਨ ਨਿਕਾਲਿਆਨ। ਇਸ ਤਰ੍ਹਾਂ ਅਸੀਂ ਇਹਨੂੰ ਸਮਝ ਸਕਦੇ ਹਾਂ। ਆਮ ਅਸੀਂ ਗੱਲਬਾਤ ਦੇ ਵਿੱਚ ਵੀ ਆਰਾਮ ਦੇ ਨਾਲ ਇਹਨੂੰ, ਆ ਦੇਖੋ ਆ ਗਿਆ ਨਾ, 14 ਰਤਨ ਨਿਕਾਲਿਆਨ, ਕਰ ਆਵਾਗੌਣ ਚਿਲਕਿਓਨ। ਹੁਣ ਇੱਥੇ ਰਤਨ ਜ਼ਿਆਦਾ ਨੇ, ਰਤਨ ਪੁਲਿੰਗ ਹੈ ਨਾ, ਆਵਾਗਮਨ ਵੀ ਪੁਲਿੰਗ ਹੈ, ਤੇ ਦੋਨਾਂ ਥਾਵਾਂ ਤੇ ਆ ਗਈ ਸਿਹਾਰੀ। ਨਿਕਾਲਿਅਨ, ਚਿਲਕਿਅਨ, ਕੱਕੇ ਨੂੰ ਸਿਹਾਰੀ ਆ ਗਈ, ਲੱਲੇ ਨੂੰ ਵੀ ਆ ਗਈ। ਹੁਣ ਰਤਨ ਕਿਉਂਕਿ ਜ਼ਿਆਦਾ ਨੇ, ਅੱਗੇ ਲੱਗ ਗਿਆ ਐੜਾ, ਨਿਕਾਲਿਅਨ। 14 ਰਤਨ ਨਿਕਾਲਿਅਨ, ਕਰ ਆਵਾਗੌਣ ਚਿਲਕਿਓਨ। ਦੇਖੋ ਸਿਹਾਰੀ ਤੇ ਲੱਗੀ ਸੀ, ਆਵਾਗੁਣ ਇੱਕ ਹੋਣ ਕਰਕੇ ਅੱਗੇ ਆ ਗਿਆ ਊੜਾ, ਚਿਲਕਿਓਨ। ਕੁਦਰਤ ਇਹ ਵਿਖਾਲੀਅਨ, ਹੁਣ ਕੁਦਰਤ ਇੱਕ ਹੈਗੀ ਹੈ, ਕੁਦਰਤ ਇਸਤਰੀ ਲਿੰਗ ਹੈ, ਤੇ ਵਿਖਾਲੀ ਦੇ ਲੱਲੇ ਨੂੰ ਬਿਹਾਰੀ ਆਟੋਮੈਟਿਕ ਲੱਗ ਗਈ, ਕਿਉਂਕਿ ਇਸਤਰੀ ਲਿੰਗ ਦੀ ਗੱਲ ਚੱਲ ਰਹੀ ਹੈ। ਤੇ ਇੱਥੇ ਇੱਕ ਕੁਦਰਤ ਦੀ ਗੱਲ ਚੱਲ ਰਹੀ ਹੈ, ਅੱਗੇ ਲੱਗ ਗਿਆ ਐੜਾ। ਕੁਦਰਤ ਇਹ ਵਿਖਾਲੀਅਨ, ਜਿਣ ਐਵਡ ਪਿੰਡ ਠਿੜਕਿਓਨ। ਇੱਥੇ ਪਿੰਡ ਨਹੀਂ, ਪਿੰਡ ਸ਼ਬਦ ਆਏਗਾ। ਹੁਣ ਪਿੰਡ ਜਿਹੜਾ ਇਹ ਕਿਉਂਕਿ ਪੁਲਿੰਗ ਹੈਗਾ ਵੈ, ਇਸ ਕਰਕੇ ਆ ਗਈ ਸਿਹਾਰੀ, ਔਰ ਇੱਥੇ ਇੱਕ ਪਿੰਡ ਦੀ ਗੱਲ ਚੱਲ ਰਹੀ ਹੈ, ਇੱਥੇ ਊੜਾ ਅੱਗੇ ਆ ਗਿਆ ਇੱਕ ਵਚਨ ਵਾਸਤੇ। ਲੈਣੇ ਧਰਿਓਨ ਛਤਰ ਸਿਰ, ਆ ਦੇਖੋ ਅਗਲੇ, ਹੁਣ ਛਤਰ ਪੁਲਿੰਗ ਹੈਗਾ ਵੈ, ਇਸ ਕਰਕੇ ਧਰੇ ਦੇ ਰਾਰੇ ਨੂੰ ਸਿਹਾਰੀ ਆ ਗਈ, ਕਿਉਂਕਿ ਪੁਲਿੰਗ ਵਾਸਤੇ ਸਿਹਾਰੀ ਹੈਗੀ ਹੈ। ਲੈਣੇ ਧਰਿਓਨ ਛਤਰ ਇੱਕ ਹੋਣ ਕਰਕੇ ਨਾਲ ਅੱਗੇ ਆ ਗਿਆ ਊੜਾ। ਲੈਣੇ ਧਰਿਓਨ ਛਤਰ ਸਿਰ, ਅਸਮਾਨ ਕਿਆੜਾ ਛਿਕਿਓਨ। ਹੁਣ ਕਿਆੜਾ ਕਿਉਂਕਿ ਪੁਲਿੰਗ ਹੈਗਾ ਵੈ, ਇਸ ਕਰਕੇ ਸਿਹਾਰੀ ਆ ਗਈ, ਤੇ ਇੱਕ ਕਿਆੜੇ ਦੀ ਗੱਲ ਹੈਗੀ ਹੈ, ਅੱਗੇ ਲੱਗ ਗਿਆ ਊੜਾ। ਅਸਮਾਨ ਹੁੰਦਾ ਹੈ ਨਾ ਜੀ, ਇੱਕ ਮਿੰਟ, ਹਾਂਜੀ, ਲੈਣੇ ਧਰਿਓਨ ਛਤਰ ਸਿਰ, ਅਸਮਾਨ ਕਿਆੜਾ ਛਿਕਿਓਨ।
ਕਿਆੜਾ ਕਹਿੰਦੇ ਨੇ ਗਰਦਨ ਨੂੰ, ਗਿੱਚੀ ਨੂੰ। ਅਸਮਾਨ ਤੱਕ ਅਪੜਾਈ, ਇੱਥੇ ਅਸਮਾਨ ਪੁਲਿੰਗ ਆਏਗਾ ਜੀ। ਅਸਮਾਨ ਤੱਕ ਗਰਦਨ ਖਿੱਚੀ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸਿੱਤੀ ਮਿਕਿਓਨ। ਹਾਂਜੀ, ਉਸਨੇ ਬਰਾਬਰ ਕੀਤਾ। ਇੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਕਿਉਂਕਿ ਪੁਲਿੰਗ ਹੈਗੇ ਨੇ, ਇਸ ਕਰਕੇ ਸਿਹਾਰੀ ਆ ਗਈ ਤੇ ਗੁਰੂ ਨਾਨਕ ਪਾਤਸ਼ਾਹ ਇੱਕ ਨੇ, ਅੱਗੇ ਲੱਗਿਆ ਊੜਾ। ਆਪ ਆਪੈ ਸਿੱਤੀ ਮਿਕਿਓਨ। ਉੱਪਰੋਂ ਵੀ ਦੇਖ ਲਈਏ ਆਪਾਂ, ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਣ ਵਿਰਕਿਓਨ। ਹਾਂਜੀ, ਵੈਣ ਪੁਲਿੰਗ ਹੈਗਾ ਵੈ ਤੇ ਵਿਰਕਿਓ ਕੱਕੇ ਨੂੰ ਸਿਹਾਰੀ ਲੱਗ ਗਈ। ਵੈਣ ਇੱਕ ਵਚਨ ਹੈ, ਨਾਣੇ ਨੌਕਲ ਲੱਗੀ, ਅੱਗੇ ਊੜਾ ਲੱਗ ਗਿਆ। ਉੱਚ ਹੱਦੀ ਵੈਣ ਵਿਰਕਿਓਨ। ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਓਨ। ਹਾਂ, ਬਾਸ਼ਕ ਸ਼ਬਦ ਰਿੜਕਿਓਨ। ਦੇਖੋ ਇਹਦੇ ਵਿੱਚ ਹੁਣ ਪੁਲਿੰਗ ਹੈਗਾ ਵੈ। ਇਹ ਪੁਲਿੰਗ ਦੇ ਵਿੱਚ ਕੀ ਹੈਗਾ? ਸ਼ਬਦ ਰੂਪੀ ਨਾਗ ਦਾ ਨਿਤਰਾ ਪਾਇਆ। ਬਾਸ਼ਕ ਵੀ ਪੁਲਿੰਗ ਹੈ, ਸ਼ਬਦ ਵੀ ਪੁਲਿੰਗ ਹੈ, ਕੱਕੇ ਨੂੰ ਸਿਹਾਰੀ ਆ ਗਈ ਔਰ ਇੱਕ ਹੋਣ ਕਰਕੇ ਅੱਗੇ ਆ ਗਿਆ ਊੜਾ। ਬਾਸ਼ਕ ਸ਼ਬਦ ਰਿੜਕਿਓਨ। ਸਭ ਤੋਂ ਹੇਠਾਂ ਜਾਓ ਜੀ। ਜੋਤ ਸਮਾਣੀ ਜੋਤ ਮੈਂ ਆਪਾਂ ਸਿੱਖਾਂ ਪੁੱਤਰਾਂ ਘੋਖ ਕੈ। ਹਾਂਜੀ, ਵੈਣ ਦਾ ਮਤਲਬ ਹੁੰਦਾ ਜੀ ਬੋਲ, ਬੋਲਣਾ। ਇਹ ਨਾ ਜੈਸਰੀ ਕੀ ਵਾਰ ਦੀ ਮੈਂ ਸ਼ੁੱਧ ਵਿਆਕਰਨਕ ਤਰੀਕੇ ਦੇ ਨਾਲ ਮੈਂ YouTube ਤੇ ਪਾਈ ਹੋਈ ਸਾਰੀ, ਤੇ ਤੁਸੀਂ ਉਹਨੂੰ ਸੁਣੋਗੇ ਤੇ ਉਹਦੇ ਵਿੱਚ ਤੁਹਾਨੂੰ ਬਹੁਤ ਕੁਝ ਹੋਰ ਵੀ ਮਿਲ ਜਾਏਗਾ। ਜੈਸਰੀ ਕੀ ਵਾਰ ਦੀ ਜਿਹੜੀ ਵਿਚਾਰ ਹੈ, ਵਿਆਕਰਨਿਕ ਵਿਚਾਰ ਹੈ, ਵਿਆਕਰਨਿਕ ਅਰਥ ਨੇ, ਵਿਆਕਰਨਿਕ ਵਿਚਾਰ ਹੈਗੀ ਹੈ, ਤੇ ਉਹ ਪਾਈ ਹੋਈ ਹੈ। ਬੈਣ ਦਾ ਮਤਲਬ ਹੁੰਦਾ ਜੀ ਬੋਲ, ਬਚਨ, ਬੋਲਣੇ। ਠੀਕ ਹੈ ਜੀ। ਹੁਣ ਸਿੱਖਾਂ ਪੁੱਤਰਾਂ ਘੋਖ ਕੈ, ਆਖਰੀ ਤੁਕਾਂ ਆ ਗਈਆਂ ਜੀ ਦੋਨੋਂ। ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਨ। ਉਹ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ? ਦੇਖੋ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ। ਗੁਰੂ ਨਾਨਕ ਪਾਤਸ਼ਾਹ ਪੁਲਿੰਗ ਨੇ, ਕੱਕੇ ਨੂੰ ਸਿਹਾਰੀ ਆ ਗਈ ਤੇ ਉਹ ਇੱਕ ਵਚਨ ਨੇ, ਇਸ ਕਰਕੇ ਅੱਗੇ ਆ ਗਿਆ ਊੜਾ। ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਲਹਿਣਾ ਪੁਲਿੰਗ ਹੈਗਾ, ਟਿਕਿਓਨ ਦੇ ਕੱਕੇ ਨੂੰ ਸਿਹਾਰੀ ਆ ਗਈ। ਲਹਿਣਾ ਕਿਉਂਕਿ ਇੱਕ ਹੈਗਾ ਵੈ, ਅੱਗੇ ਆ ਗਿਆ ਊੜਾ। ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਏਦਾਂ ਦੇ ਗੁਰਬਾਣੀ ਚ ਬਹੁਤ ਆਣਗੇ। ਤੇ ਜਿਹੜਾ ਗ੍ਰਾਫ ਹੈਗਾ, ਤੁਸੀਂ ਗ੍ਰਾਫ ਦੀ ਫੋਟੋ ਲੈ ਲਓ ਤੇ ਗ੍ਰਾਫ ਦੀ ਫੋਟੋ ਦੇਖ ਕੇ ਉਹਦੇ ਨਾਲ ਤੁਸੀਂ ਕਰ ਸਕਦੇ ਹੋ। ਆਮ ਗੱਲਬਾਤ ਦੇ ਵਿੱਚ ਵੀ ਅਸੀਂ ਕਰ ਸਕਦੇ ਹਾਂ। ਜਿਵੇਂ ਚਸ਼ਮਾ ਪਾਇਆ ਹੈਗਾ ਮੈਂ, ਹੁਣ ਮੈਂ ਕੀ ਕਵਾਂ? ਚਸ਼ਮਾ ਪਾਈਨ ਕਿ ਚਸ਼ਮਾ ਪਾਇਓਨ ਕਿ ਚਸ਼ਮਾ ਪਾਈਓਨ? ਮੈਂ ਕੀ ਕਵਾਂਗਾ? ਚਸ਼ਮਾ ਕਿਉਂਕਿ ਪੁਲਿੰਗ ਹੈਗਾ, ਇਸ ਕਰਕੇ ਪਾਏ ਈੜੀ ਨੂੰ ਸਿਹਾਰੀ ਲੱਗ ਜਾਏਗੀ। ਚਸ਼ਮਾ ਕਿਉਂਕਿ ਇੱਕ ਹੈਗਾ ਵੈ, ਅੱਗੇ ਲੱਗ ਜਾਏਗਾ ਊੜਾ। ਚਸ਼ਮਾ ਪਾਇਓਨ, ਮੈਂ ਚਸ਼ਮਾ ਪਾਇਆ, ਚਸ਼ਮਾ ਪਾਇਓਨ। ਜਾਂ ਇਸੇ ਤਰ੍ਹਾਂ ਹੀ ਮਾਨੋ ਜਿਵੇਂ ਦਾਲ ਸਬਜ਼ੀ ਬਣਾਈ ਹੈ, ਕੜੀ ਬਣਾਈ ਹੈ। ਹੁਣ ਕੜੀ ਬਣਾਈ ਨੂੰ ਕੀ ਕਰਾਂਗੇ ਅਸੀਂ? ਗੱਲਬਾਤ ਦੇ ਵਿੱਚ, ਆਮ ਘਰ ਦੀਆਂ ਗੱਲਾਂ ਬਾਤਾਂ ਵਿੱਚ ਵੀ ਸਿੱਖ ਸਕਦੇ ਹਾਂ। ਕੜੀ ਬਣਾਈ ਓਨ ਕਿ ਬਣਾਏ ਓਨ? ਕੜੀ ਕਿਉਂਕਿ ਇਸਤਰੀ ਲਿੰਗ ਹੈ, ਇਸ ਕਰਕੇ ਬਣਾਈ ਈੜੀ ਨੂੰ ਪਿਆਰੀ ਲੱਗ ਜਾਏਗੀ। ਕੜੀ ਕਿਉਂਕਿ ਇੱਕ ਹੈਗੀ ਹੈ, ਅੱਗੇ ਲੱਗ ਜਾਏਗਾ ਐੜਾ, ਕੜੀ ਬਣਾਈਨ। ਹੁਣ ਜੇ ਪਕੌੜੇ ਹੁਣ ਕੜੀ ਦੀ ਥਾਂ ਤੇ, ਫਿਰ ਬਣਾਈ ਨੂੰ ਅਸੀਂ ਕਿੱਦਾਂ ਲਵਾਂਗੇ? ਪਕੌੜਾ ਪੁਲਿੰਗ ਹੁੰਦਾ ਵੈ, ਪਕੌੜੇ ਬਣਾਏ ਰਾਣੇ ਨੂੰ ਸਿਹਾਰੀ ਲੱਗ ਜਾਏਗੀ ਕਿਉਂਕਿ ਬਣਾਏ ਜ਼ਿਆਦਾ ਨੇ, ਇਸ ਕਰਕੇ ਅੱਗੇ ਲੱਗ ਜਾਏਗਾ ਐੜਾ, ਪਕੌੜੇ ਬਣਾਇਓਨ। ਅਸੀਂ ਆਮ ਗੱਲਾਂ ਬਾਤਾਂ ਦੇ ਵਿੱਚ ਵੀ ਅਸੀਂ ਚੀਜ਼ਾਂ ਸਿੱਖ ਸਕਦੇ ਹੈਗੇ ਆ। ਜਿਵੇਂ ਇੱਟ ਮਾਰੀਨ ਕੇ ਮਾਰਿਓਨ, ਇੱਟ ਕਿਉਂਕਿ ਇਸਤਰੀ ਲਿੰਗ ਹੈ, ਮਾਰੀ, ਔਰ ਇੱਕ ਮਾਰੀ, ਇਸ ਕਰਕੇ ਐੜਾ ਲੱਗ ਜਾਏਗਾ, ਇੱਟ ਮਾਰੀਨ। ਦੰਦ ਤੋੜਿਅਨ, ਦੰਦ ਪੁਲਿੰਗ ਹੈਗਾ, ਸਿਹਾਰੀ ਲੱਗ ਜਾਏਗੀ। ਬਹੁਤੇ ਨੇ ਤੇ ਐੜਾ ਲੱਗ ਜਾਏਗਾ, ਦੰਦ ਤੋੜਿਅਨ। ਇਸ ਤਰ੍ਹਾਂ ਵਿੱਚ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸਿੱਖ ਸਕਦੇ ਹੈਗੇ ਆ। ਖੈਰ, ਤੇ ਇਹ ਤੇ ਸੀ ਸਾਡਾ ਇਹ 4 ਨਿਯਮ ਅੰਨ ਤੇ ਉਨ ਵਾਲੇ, ਭੂਤਕਾਲ ਅੰਨ੍ਯ ਪੁਰਖ ਦੀ ਕਿਰਿਆ ਦੇ ਵਿੱਚ। ਇਹਦੇ ਨਾਲ ਹੀ ਮੈਂ ਕੱਲ ਦੇ ਵੀ 1-2 ਸਵਾਲਾਂ ਦੇ ਜਵਾਬ ਹੁਣੇ ਦੇ ਦੇਵਾਂ। ਕੱਲ ਇੱਕ ਸਵਾਲ ਆਇਆ ਸੀ ਜੀ, ਕਿ ਕਿਰਿਆ ਦੇ ਅਖੀਰ ਤੇ ਜਿਹੜੀ ਸਿਹਾਰੀ ਲੱਗਦੀ ਹੈ, ਕਿਤੇ ਔਂਕੜ ਲੱਗ ਜਾਂਦੀ ਹੈ, ਕਿਉਂ ਲੱਗਦੀ ਹੈ? ਮੈਂ ਤਾਂ ਫਾਈਂਡ ਆਊਟ ਕੀਤਾ ਹੈਗਾ ਵੀ ਪ੍ਰਾਤਨ ਪੰਜਾਬੀ ਦੀ ਜਿਹੜੀ ਸੰਸਕ੍ਰਿਤ ਦੀ ਪਹਿਲੀ ਕਿਸਮ ਸੀ ਨਾ, ਉਹਦੇ ਵਿੱਚ ਉਹ ਔਂਕੜ ਲਗਾਉਂਦੇ ਸਨ। ਉਸ ਤੋਂ ਬਾਅਦ ਜਿਹੜੀ ਪ੍ਰਾਤਨ ਪੰਜਾਬੀ ਦੀ ਪ੍ਰੇਰਨਾਰਥਕ ਕਿਰਿਆ ਸੀਗੀ, ਉੱਥੇ ਉਹ ਯਈਆ ਤੇ ਐੜਾ ਉੱਡ ਜਾਂਦਾ ਸੀ ਤੇ ਸਿਹਾਰੀ ਲਾ ਦਿੰਦੇ ਸਨ। ਇਹਦੇ 3 ਰੂਪ ਹੈਗੇ ਨੇ। ਇੱਕ ਹੈਗਾ ਜੀ ਇਹਦਾ ਰੂਪ ਈੜੀ ਨੂੰ ਸਿਹਾਰੀ ਨਾਲ, ਇੱਕ ਕੱਲਾ ਸਿਹਾਰੀ ਨਾਲ, ਇੱਕ ਔਂਕੜ ਨਾਲ।
ਜਿਹੜਾ ਅਸੀਂ ਕੱਲ ਕੀਤਾ ਸੀ ਵੀ ਉਕਾਰਾਂਤ ਕਿਰਿਆਵਾਂ ਤੇ ਇਕਾਰਾਂਤ ਕਿਰਿਆਵਾਂ, ਅਸਲ ਦੇ ਵਿੱਚ ਜਿਹੜੀ ਪੁਰਾਤਨ ਪੰਜਾਬੀ ਦੀ ਸੰਸਕ੍ਰਿਤ ਦੀ ਪਹਿਲੀ ਕਿਸਮ ਹੈਗੀ ਹੈ, ਉਹ 'ਚ ਹੁਕਮੀ ਭਵਿੱਖ ਦੇ ਐੜੇ ਮੁਕਤੇ ਦੀ ਥਾਂ ਤੇ ਔਂਕੜ ਆ ਜਾਂਦੀ ਹੈ। ਉਹ ਔਂਕੜ ਦੇ ਨਾਲ ਸ਼ਬਦ ਆ ਗਏ ਜਪ, ਉਤਾਰ, ਉਚਾਰ। ਇਹਦਾ ਮਤਲਬ ਉਹ ਜਿਹੜਾ ਲਫ਼ਜ਼ ਚੱਲਿਆ ਟਰੈਵਲ ਕਰਦਾ ਕਰਦਾ ਪੁਰਾਤਨ ਪੰਜਾਬੀ ਦੀ ਸੰਸਕ੍ਰਿਤ ਦੀ ਪਹਿਲੀ ਕਿਸਮ ਤੋਂ ਚੱਲਿਆ ਹੈਗਾ, ਕਿਉਂਕਿ ਭਾਸ਼ਾ ਆਪਣੇ ਆਪ ਨੂੰ ਸਮੇਂ-ਸਮੇਂ ਨਾਲ ਚੇਂਜ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹੁਕਮੀ ਭੁਖਤ ਕਾਲ ਦੇ ਵਿੱਚ ਹਾਹੇ ਨੂੰ ਸਿਹਾਰੀ ਹੁੰਦੀ ਸੀਗੀ, ਪਰ ਉਹਦੇ ਵਿੱਚ ਕੀ ਹੋਇਆ, ਹਾਹਾ ਲੁਪਤ ਹੋ ਗਿਆ, ਹੁਣ ਕੱਲੀ ਸਿਹਾਰੀ ਬਚ ਗਈ। ਪਹਿਲਾਂ ਔਂਕੜ ਸੀ, ਹੁਣ ਕੱਲੀ ਸਿਹਾਰੀ ਰਹਿ ਗਈ। ਜਿਹੜੀ ਪੁਰਾਤਨ ਪੰਜਾਬੀ ਦੀ ਪ੍ਰੇਰਣਾਰਥਕ ਕਿਰਿਆ ਹੈਗੀ ਹੈ, ਉਹਦੇ ਚ ਯਈਆ ਤੇ ਐੜਾ ਹੁੰਦਾ ਸੀ, ਉਹ ਕੱਟ ਕੇ ਈੜੀ ਨੂੰ ਸਿਹਾਰੀ ਬਣ ਗਈ। ਤਿੰਨ ਰੂਪ ਆਉਂਦੇ ਨੇ ਕਿਰਿਆ ਦੇ, ਈੜੀ ਨੂੰ ਸਿਹਾਰੀ ਨਾਲ, ਔਂਕੜ ਨਾਲ ਤੇ ਕੱਲੀ ਸਿਹਾਰੀ ਦੇ ਨਾਲ। ਇਹਦਾ ਮਤਲਬ ਇਹ ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਰੂਟ ਤੋਂ ਆਈਆਂ ਹੋਈਆਂ ਇਹ ਤਿੰਨੇ ਚੀਜ਼ਾਂ ਹੈਗੀਆਂ ਨੇ, ਜਿਹੜੀਆਂ ਸਮੇਂ ਦੇ ਨਾਲ ਦੋਨੋਂ ਤਰ੍ਹਾਂ ਦੇ ਪ੍ਰਯੋਗ ਦੇ ਵਿੱਚ ਚਲਦੀਆਂ ਰਹੀਆਂ ਹਨ।